0985 ਤੇ। जी हाँ, अकाल ट्रक एंड ट्रेलर सेंटर विनीपेग कैनेडा ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹਨ, DOT ਸੇਫਟੀ ਇੰਸਪੈਕਸ਼ਨਸ ਕਰਦੇ ਹਨ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ हैं जी। ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ हैं। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 या फिर कॉल करो 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ड्रीमलाइनर एक्सप्रेस कंपनी कैलगरी अल्बर्टा कैनेडा। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। Truck Lube। ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਦਲਬੀਰ ਬਰਾੜ ਵੱਲੋਂ ਔਰ ਮੇਰੇ ਸਾਥੀ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਹੋਣਾ ਵੱਲੋਂ, ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਾ ਵੱਲੋਂ ਅਤੇ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਹੈ ਜੀ ਮੰਗਲਵਾਰ, ਫਰਵਰੀ ਮਹੀਨੇ ਦੀ 22 ਤਰੀਕ ਹੈ ਜੀ, ਅਤੇ ਸਮਾਂ ਸਟੂਡੀਓ ਦੀ ਘੜੀ ਮੁਤਾਬਕ ਸ਼ਾਮ ਦੇ 6:32 ਅਤੇ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਵਿੱਚ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਹਫ਼ਤੇ ਦੇ 5 ਦਿਨ ਸ਼ਾਮੀ 6:30 ਵਜੇ ਪੇਸ਼ ਕੀਤਾ ਜਾਂਦਾ। ਹੁਣ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਲੈਣੀਆਂ ਨੇ, ਤੁਹਾਨੂੰ ਦੱਸ ਦਈਏ ਕਿ ਵੋਟਾਂ ਦਾ ਮਹਾਕੁੰਭ ਸੀ ਪੰਜਾਬ ਦੇ ਵਿੱਚ ਸੰਪੂਰਨ ਹੋਇਆ, ਅਤੇ ਇਸ ਤੋਂ ਇਲਾਵਾ ਯੂਪੀ ਦਾ ਕੀ ਹਾਲ ਆ, ਸਾਡੇ ਪੰਜਾਬ ਦਾ ਕੀ ਹਾਲ ਆ, ਹਰਿਆਣੇ ਦਾ ਕੀ ਹਾਲ ਆ, ਅਤੇ ਹੋਰ ਆਲੇ ਦੁਆਲੇ ਚਰਚਿਤ ਖਬਰਾਂ ਦਾ ਕੀ ਹਾਲ ਆ, ਇਸ ਬਾਰੇ ਉਚੇਚੇ ਤੌਰ 'ਤੇ ਸਾਡੇ ਨਾਲ ਜੁੜ ਰਹੇ ਨੇ ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ। ਪੱਟੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ, ਮੇਰੇ ਵੱਲੋਂ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੱਟੀ ਸਾਹਿਬ, ਚੋਣਾਂ ਦੀ ਪ੍ਰਤੀਸ਼ਤ ਜਿਹੜੀ ਆ ਉਹ ਘਟਣ ਦੇ ਬਾਵਜੂਦ ਵੀ ਪਿਛਲੀ ਵਾਰ ਨਾਲੋਂ 82,000 ਵੋਟ ਵੱਧ ਗਈ ਜੀ। ਕੀ ਹੈ ਜੀ ਪੂਰਾ ਘਟਨਾਕ੍ਰਮ? ਬਿਲਕੁਲ ਜੀ, ਬਿਲਕੁਲ।
ਐਕਚੁਅਲੀ ਬੇਸਿਕਲੀ ਜੇ ਪਿਛਲਾ ਸਾਰਾ ਲੇਖਾ ਜੋਖਾ ਕੀਤਾ ਜਾਵੇ ਤਾਂ ਜੀ ਇਹਨਾਂ ਵੋਟਾਂ ਦਾ ਪਿਛਲੀ ਵੇਲੇ ਜਿਹੜੀ ਵੋਟ ਸੀਗੀ 1,98,089,069 ਸੀਗੀ ਜੀ ਤੇ ਇਸ ਵੇਲੇ ਜਿਹੜੀ ਵੋਟ ਬਣੀ ਹੈ 2,14,99,804 ਬਣੀ ਜੀ 16,20,735 ਵੋਟਾਂ ਵੱਧ ਬਣੀਆਂ ਨੇ ਇਸ ਵੇਲੇ ਜੀ। ਇਹਦੇ ਵਿੱਚੋਂ ਪਿਛਲੀ ਵਾਰੀ ਜਿਹੜੀ ਵੋਟ ਪੋਲ ਹੋਈ ਸੀਗੀ ਉਹ 1,53,86,262 ਹੋਈ ਸੀ ਜੀ। ਇਸ ਵਾਰੀ ਪੋਲ 16 ਲੱਖ ਵਧਣ ਦੇ ਬਾਵਜੂਦ ਵੀ ਜੀ ਸਿਰਫ ਜਿਹੜੀ ਆ 1,54,69,109 ਵੋਟ ਪੋਲ ਹੋਈ ਆ ਜੀ, ਜਿਹਦੇ ਵਿੱਚ ਪਿਛਲੀ ਵਾਰ ਨਾਲੋਂ 82,847 ਵੋਟਾਂ ਜ਼ਿਆਦਾ ਤਾਂ ਬਣਦੀਆਂ, ਲੇਕਿਨ 16 ਕਰੋੜ ਲੋਕ ਜਿਹੜੀ ਆ ਉਹਨਾਂ ਵੋਟਾਂ ਨਹੀਂ ਪਈਆਂ ਆਪਣੀ, ਉਹ ਘੱਟ ਪਈਆਂ ਜਦੋਂ ਪਿਛਲੀ ਵਾਰ ਨਾਲੋਂ। ਵੈਸੇ ਤੇ ਜਿਹੜੇ 60 ਲੱਖ ਦੇ ਕਰੀਬ ਜਿਹੜੀਆਂ ਉਹ ਵੋਟਾਂ ਘੱਟ ਪਈਆਂ ਨੇ। 16 ਲੱਖ ਤੇ ਜਦੋਂ ਵੱਖਰੀ ਗੱਲ ਜਿਹੜੀ ਵਧੀਆ ਸੀਗੀ, 60 ਲੱਖ ਵੋਟਾਂ ਜੇ ਘੱਟ ਪਈਆਂ ਤੇ ਤਾਂ ਮਤਲਬ ਕਿਤੇ ਲੋਕਤੰਤਰ ਚ ਲੋਕਾਂ ਦਾ ਵਿਸ਼ਵਾਸ ਬਹੁਤਾ ਨਹੀਂ ਰਿਹਾ। ਲੋਕ ਮਹਿਸੂਸ ਕਰਦੇ ਆ ਕਿ ਇਹ ਪਖੰਡਬਾਜ਼ੀ ਕੀਤੀ ਜਾ ਰਹੀ ਹੈ, ਇਹ ਲੋਕ ਜਿਹੜੇ ਉਹ ਗਲਤ ਮੈਥਡ ਅਪਣਾ ਕੇ ਜਿਹੜੀ ਸੱਤਾ ਹਾਸਲ ਕਰਦੇ ਤੇ ਮੁੜ ਕੇ ਜਿਹੜੇ ਉਹ ਲੋਕਾਂ ਦੀ ਬਾਤ ਨਹੀਂ ਪੁੱਛਦੇ ਜੀ। ਇੱਕ ਚਿੰਤਾ ਦਾ ਵਿਸ਼ਾ ਵਾ। ਇਸ ਕਰਕੇ ਭਾਵੇਂ ਉਹ ਮੈਂ ਸੋਚਦਾ ਵੀ ਜਦੋਂ 82,847 ਵੋਟਾਂ ਵੱਧ ਪੈ ਗਈਆਂ ਪਿਛਲੀ ਵਾਰ ਨਾਲੋਂ, ਲੇਕਿਨ ਜਿਹੜੀਆਂ ਵੱਧ ਵੋਟਾਂ ਬਣੀਆਂ, ਨਵੀਆਂ ਵੋਟਾਂ ਬਣੀਆਂ, ਉਹਦੇ ਵਿੱਚੋਂ ਜੇ ਵੋਟਾਂ ਘੱਟ ਬਣੀਆਂ ਉਹ ਚਿੰਤਾ ਦਾ ਵਿਸ਼ਾ ਨਹੀਂ ਜੀ। ਜੀ ਦੂਸਰੀ ਗੱਲ ਜਿਹੜੀ ਆ, ਵੋਟਾਂ ਚੱਲ ਰਹੀਆਂ ਨੇ, ਤੁਹਾਡਾ ਇਲਾਕਾ ਅੰਮ੍ਰਿਤਸਰ ਹੈਗਾ, ਬੜੀ ਵੋਟ ਪ੍ਰਤੀਸ਼ਤ ਘਟ ਗਈ ਹੈ, ਪਰ ਮਜੀਠੀਆ ਤੇ ਸਿੱਧੂ ਆਮੋ ਸਾਹਮਣੇ ਹੁੰਦੇ ਆ ਤੇ ਮਜੀਠੀਆ ਲੰਡੂ ਹੈ, ਲੰਡੂ ਵੇਰਕਾ ਬੂਥ ਤੇ ਜਦੋਂ ਆਮੋ ਸਾਹਮਣੇ ਹੁੰਦੇ ਆ ਤਾਂ ਇਹਨਾਂ ਨੂੰ ਅਪਸ਼ਬਦ ਹੀ ਕਹਿ ਸਕਦੇ ਆ ਕਿ ਇਹ ਬੋਲਦੇ ਆ ਇੱਕ ਦੂਜੇ ਦੇ ਖਿਲਾਫ। ਜਦੋਂ ਵੀ ਸਿੱਧੂ ਸਾਹਿਬ ਆਉਂਦੇ ਆ ਤਾਂ ਇਹਨਾਂ ਦਾ ਕੀ ਮਾਇਨਾ ਕੱਢਦੇ ਹੋ ਜੀ? ਦੇਖੋ, ਸਿੱਧੂ ਸਾਹਿਬ ਨੂੰ ਉਹਨਾਂ ਦੇ ਕਈ ਸੰਗੀ ਸਾਥੀ ਬਹੁਤ ਵਾਰੀ ਸਮਝਾ ਚੁੱਕੇ ਵੀ ਤੁਸੀਂ ਥੋੜੀ ਜਿਹੀ ਜਾਬ ਤੇ ਜਿਹੜਾ ਕਿ ਗੱਲ ਕਰੋ ਜੀ। ਲੋਕ ਸੈਲੀਬ੍ਰਿਟੀ ਨੂੰ ਬਹੁਤੀ ਦੇਰ ਮੁੜ ਕੇ ਬਰਦਾਸ਼ਤ ਨਹੀਂ ਕਰਦੇ, ਜੋ ਸੈਲੀਬ੍ਰਿਟੀ ਗੱਲ ਨਾ ਕਰੇ, ਉਹ ਇਹੋ ਜਿਹੀਆਂ ਗੱਲਾਂ ਕਰੇ। ਬਿਲਕੁਲ ਜੀ। ਬਕਾਇਦਾ ਤੌਰ ਤੇ ਵੇਰਕਾ ਬੂਥ ਦੇ ਉੱਤੇ ਚੈਕਿੰਗ ਕਰਕੇ ਆਪਣੀ ਬਿਕਰਮ ਸਿੰਘ ਮਜੀਠੀਆ ਬਾਹਰ ਆ ਰਹੇ ਸੀ ਤੇ ਜਿੱਥੇ ਦਰਵਾਜ਼ੇ ਤੋਂ ਬਾਹਰ ਹੋਣਾ ਸੀ, ਛੋਟੀ ਜਗ੍ਹਾ ਸੀਗੀ ਜੀ, ਉੱਥੋਂ ਸਿੱਧੂ ਸਾਹਿਬ ਐਂਟਰ ਕਰ ਰਹੇ ਸੀ ਤੇ ਉਸ ਮਜੀਠੀਆ ਸਾਹਿਬ ਨੇ ਪੁੱਛਿਆ, ਹਾਂਜੀ ਸਿੱਧੂ ਸਾਹਿਬ ਕੀ ਹਾਲ ਚਾਲ? ਸਿਰ ਲਾਇਆ, ਠੀਕ ਹੈ ਜੀ। ਮਜੀਠੀਆ ਸਾਹਿਬ ਨੂੰ ਬਾਅਦ ਵਿੱਚ ਪੱਤਰਕਾਰ ਨੇ ਪੁੱਛਿਆ, ਵੇਖੋ ਕਹਿੰਦੇ ਸਾਡਾ ਸ਼ਿਸ਼ਟਾਚਾਰ ਹੈ ਜੀ, ਕਿਸੇ ਨੂੰ ਹਾਲ ਚਾਲ ਦੇਣਾ, ਸਾਡੀ ਕਿਹੜੀ ਜਾਤੀ ਦੁਸ਼ਮਣੀ ਕੋਈ ਹੈਗੀ ਹੈ ਜੀ, ਸਿਆਸੀ ਲੜਾਈ ਇਸ ਤਰ੍ਹਾਂ ਦੀ ਤੇ ਲੜ ਰਹੇ ਸੀ ਜੀ। ਲੇਕਿਨ ਜਦੋਂ ਸਿੱਧੂ ਸਾਹਿਬ ਬਕਾਇਦਾ ਤੌਰ ਤੇ ਆਪਣੀ ਅੰਦਰੋਂ ਹੋ ਕੇ ਵਾਪਸ ਆਏ ਤੇ ਇੱਕ ਪੱਤਰਕਾਰ ਭੱਜਿਆ ਗਿਆ ਤੇ ਉਹਨੇ ਪੁੱਛਿਆ, ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ? ਤੇ ਉਹਦੇ ਜਿਹੜਾ ਸੀ ਉਹਨੂੰ ਪਿੱਛੇ ਵੀ ਧੱਕਿਆ ਤੇ ਨਾਲ ਕਹਿਤਾ, ਉਹ ਲੰਡੂ ਜੀ। ਕਹਿਣ ਤੋਂ ਭਾਵੇਂ ਇਹ ਆ ਵੀ ਇੰਨਾ ਫਰਕ ਆ ਬੋਲ ਬਾਣੀ ਦੇ ਵਿੱਚ ਜੀ। ਮੈਨੂੰ ਇੱਕ ਗੱਲ ਯਾਦ ਆਉਂਦੀ ਪੁਰਾਣੀ, ਕੋਈ ਮੰਗਤਾ ਸੀਗਾ ਤੇ ਉਹ ਕਿਸੇ ਦੇ ਘਰ ਚਲਾ ਗਿਆ, ਉਹ ਮਾਤਾ ਬੈਠੀ ਸੀ ਬੂਹੇ ਅੱਗੇ। ਤੁਹਾਨੂੰ ਪਤਾ ਪੁਰਾਣੇ ਜ਼ਮਾਨੇ ਦੇ ਬੂਹੇ ਅੱਗੇ ਬੈਠਦੇ ਹੁੰਦੇ ਸੀ, ਪੱਖੇ ਦੇ ਬਹੁਤੇ ਹੁੰਦੇ ਨਹੀਂ ਸੀ ਜੀ। ਉਹ ਕਹਿੰਦਾ, ਮਾਤਾ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕਾ ਦੇ। ਉਹ ਕਹਿੰਦੀ, ਬਹਿ ਜਾ ਪੁੱਤ, ਕੋਈ ਨਹੀਂ, ਮੈਂ ਪ੍ਰਸ਼ਾਦਾ ਛਕਾ ਦਿੰਦੇ। ਅੰਦਰ ਉਹਦੇ ਮੱਝ ਬੱਧੀ ਸੀ, ਬੜੀ ਤਕੜੀ, ਬੜੀ ਸੋਹਣੀ ਫਿੱਟੀ ਮੱਝ, ਬੜੀ ਬੱਧੀ ਸੀ। ਉਹਨੂੰ ਕਹਿਣ ਲੱਗਾ, ਮਾਤਾ ਨੇ ਆਪਣਾ ਆਟੇ 'ਚ ਪਾਣੀ ਪਾਇਆ ਤਾਂ ਆਟਾ ਗੁੰਨਣ ਲੱਗੀ ਜੀ। ਉਹ ਕਹਿੰਦਾ, ਮਾਤਾ ਵੇਖ, ਜੇ ਤੇਰੀ ਮੱਝ ਮਰ ਜੇ ਤੇ ਬੂਹਾ ਤੇਰਾ ਛੋਟਾ ਕਿੱਧਰ ਦੀ ਬਾਹਰ ਕੱਢੇਗੀ ਜੀ। ਮਾਤਾ ਨੇ 2-3 ਕੱਢੀਆਂ, ਉਹਨੂੰ ਗਾਲਾਂ ਤੇ ਉਹਦੀ ਝੋਲੀ 'ਚ ਪਾਤਾ ਆਟਾ ਜੀ, ਜਿਹੜਾ ਪਾਣੀ ਪਾਇਆ ਸੀਗਾ ਜੀ। ਆਟਾ ਪਾਤਾ ਤੇ ਜਦੋਂ ਉਹ ਤੁਰਿਆ ਜਾਂਦਾ ਤੇ ਲੋਕ ਪੁੱਛਦੇ ਵੀ ਇਹ ਕੀ ਹੈ? ਕਹਿੰਦਾ, ਜ਼ਬਾਨ ਦਾ ਰਸ ਚੋ ਰਿਹਾ, ਜ਼ਬਾਨ ਦਾ ਰਸ। ਮੈਂ ਆਹ ਗੱਲ ਕੀਤੀ ਤਦ ਕਰਕੇ ਜ਼ਬਾਨ ਦਾ ਰਸ। ਸਿੱਧੂ ਸਾਹਿਬ ਨੂੰ ਆਪਣੀ ਜ਼ਬਾਨ ਤੇ ਕੰਟਰੋਲ ਕਰਨੀ ਚਾਹੀਦੀ ਹੈ ਜੀ, ਨਹੀਂ ਤੇ ਆਉਣ ਵਾਲੇ ਸਮੇਂ 'ਚ ਇਹਨਾਂ ਤੇ ਹੋਰ ਵੀ ਇਹ ਜਿਹੜੀਆਂ ਪ੍ਰੋਬਲਮ ਇਕੱਠੀਆਂ ਹੋ ਸਕਦੀਆਂ ਵਾ। ਇਹ ਨਾ ਹੋਵੇ ਤੁਹਾਨੂੰ ਪ੍ਰਧਾਨਗੀ ਮਿਲੀ, ਤੁਹਾਡੀ ਉਹ ਵੀ ਜਾਂਦੀ ਰਹੇ। ਸੁਨੀਲ ਜਾਖੜ ਬੜੇ ਨਾਰਾਜ਼ ਨੇ ਤੇ ਚੋਣਾਂ ਤੋਂ ਬਾਅਦ ਤੁਹਾਨੂੰ ਵੇਲੇ ਕਰ ਦਿੱਤਾ, ਜਦੋਂ ਘਰੇ ਬਿਠਰ ਮਾਰਨਾ ਤੁਸੀਂ, ਕੋਈ ਗੱਲ ਨਹੀਂ। ਇੱਕ ਸਿਸਟਮ ਆ, ਅਸੀਂ ਜਦੋਂ ਸਿਸਟਮ ਕਰੀ ਜਾਂਦੇ, ਖਾਸ ਕਰਕੇ ਸਿਆਸੀ ਆਗੂ ਤੇ ਕਦੀ ਇਹੋ ਜਿਹੀ ਪੁੱਠੀ ਸਿੱਧੀ ਗੱਲ ਕਰਦੇ ਹੀ ਨਹੀਂ। ਬਿਲਕੁਲ ਜੀ। ਤੁਸੀਂ ਅੱਜ ਤੋਂ ਚੱਲ ਜਾਓ 1992 ਚੱਲ ਜਾਓ, 1992 ਤੋਂ ਬਾਅਦ ਜਿਹੜਾ ਵਾ ਇਹ ਥੋੜੀ ਜਿਹੀ ਸ਼ੁਰੂ ਹੋਈ ਆ। ਸਿਆਸੀ ਆਗੂ ਇੱਕ ਦੂਜੇ ਤੇ ਨਿੱਜੀ ਤੌਰ ਤੇ ਜਿਹੜੇ ਸੀ ਉਹ ਸਿੱਟਣ ਲੱਗੇ ਸੀ ਆਪਣੀਆਂ ਉਹ
ਨਕਲੀ ਦੇ ਚਿੱਕੜ ਸੁੱਟਣ ਲੱਗੇ ਸੀ। ਨਹੀਂ ਤੇ ਇਹਨਾਂ ਪਾਰਟੀ ਦੀ ਗੱਲ ਕਰਦੇ ਸੀ, ਅਕਾਲੀਆਂ ਨੇ ਆ ਕਰਤਾ, ਕਾਂਗਰਸ ਨੇ ਆ ਕਰਤਾ, ਕਿਸੇ ਨਿੱਜੀ ਤੌਰ ਤੇ ਨਹੀਂ ਸੀ ਕਰਦੇ ਜੀ। ਤੇ ਹੁਣ ਨਿੱਜੀ ਤੌਰ ਤੇ ਬਕਾਇਦਾ ਤੌਰ ਤੇ ਹੋ ਰਹੀ ਹੈ। ਤੁਸੀਂ ਵੇਖੋ ਨਾ, ਬਕਾਇਦਾ ਤੌਰ ਤੇ ਡਾਕਟਰ ਰਾਜਕੁਮਾਰ ਵੇਰਕਾ ਗਏ ਨੇ ਵੇਰਕਾ ਬੂਥ ਤੇ ਆਪਣੀ ਵੋਟ ਪਾਉਣ ਵਾਸਤੇ ਜੀ। ਉੱਥੇ ਕੁਮਰ ਵਿਜੇ ਪ੍ਰਤਾਪ ਮਿਲ ਗਏ, ਬੜੀ ਸੋਹਣੀ ਉਹਨਾਂ ਨੇ ਗੱਲਬਾਤ ਕੀਤੀ, ਦੋਵੇਂ ਜੱਫੀ ਪਾ ਕੇ ਤਸਵੀਰ ਵੀ ਖਿਚਾਈ ਕਿ ਸਾਡੀ ਵੇਖੋ ਸਿਆਸੀ ਲੜਾਈ ਵੱਖਰੀ ਹੈ, ਨਿੱਜੀ ਸਾਡੀ ਦੋਸਤੀ ਹੈ ਜੀ, ਸਾਡੀ ਨਿੱਜੀ ਕੋਈ ਲੜਾਈ ਨਹੀਂ ਹੈਗੀ। ਤੇ ਜਦੋਂ ਜਾਤੀ ਲੜਾਈ ਬਣਾ ਲਈਏ ਸਿਆਸੀ ਨੂੰ ਤੇ ਫਿਰ ਉਹਦੇ ਜਿਹੜੇ ਮਹਿਣੇ ਕੁਝ ਹੋਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਜੀ। ਤੁਸੀਂ ਵੇਖੋ ਇਹੀ ਸਿੱਧੂ ਸੀਗਾ, ਕੁਝ ਦਿਨ ਪਹਿਲਾਂ ਵਾਤਾਵਰਨ ਤੇ ਇੱਕ ਪ੍ਰੋਗਰਾਮ ਸੀਗਾ, ਇੱਥੋਂ ਗਿਆ ਜਿੱਥੇ ਬਾਬਾ ਸੀਚੇਵਾਲ ਵੀ ਆਏ ਸੀਗੇ ਬਕਾਇਦਾ ਤੌਰ ਤੇ ਉੱਥੇ ਕੁੰਵਰ ਨੂੰ ਮਿਲੇ ਨੇ ਜੀ। ਕੁੰਵਰ ਨੂੰ ਬੜੀ ਬਕਾਇਦਾ ਤੌਰ ਤੇ ਜੱਫੀ ਪਾ ਕੇ ਮਿਲੇ ਨੇ ਉੱਥੇ। ਇਸ ਕਰਕੇ ਇਹ ਹੁੰਦੀ ਸਿਆਸੀ ਲੜਾਈ, ਕੋਈ ਗੱਲ ਨਹੀਂ, ਸਿਆਸੀ ਨੂੰ ਸਿਆਸੀ ਸਮਝੋ। ਜਾਤੀ ਜਿਹੜੀਆਂ ਲੜਾਈਆਂ ਕਰਨੀਆਂ ਉਹ ਮਾੜੀਆਂ ਨੇ, ਉਹ ਤੁਹਾਡੇ ਵਾਸਤੇ ਜਿਹੜੇ ਉਹ ਘੱਟ ਹੋਣਾ ਸੋਚਦਾ ਵਾ। ਵੈਸੇ ਵੀ ਸਿੱਧੂ ਸਾਹਿਬ ਨੇ ਆਪਣੇ ਘਰ ਘਰ ਦੁਸ਼ਮਣ ਪੈਦਾ ਕੀਤੇ ਨੇ ਜੀ। ਅਨਿਲ ਜੋਸ਼ੀ ਨੂੰ ਬਕਾਇਦਾ ਤੌਰ ਤੇ ਸਿਆਸਤ ਚ ਲੈ ਕੇ ਆਏ, ਕੋਲੋਂ ਪੈਸੇ ਖਰਚ ਕਰਕੇ ਉਹਨੂੰ MLA ਬਣਾਇਆ। ਅੱਜ ਇੱਕ ਦਿਨ ਵੇਖਣਾ ਨਹੀਂ ਚਾਹੁੰਦੇ। ਜਿਹਨੂੰ ਵੀ ਸਿੱਧੂ ਸਾਹਿਬ ਨੇ, ਮਜੀਠੀਆ ਸਾਹਿਬ ਸੀ ਜਿਹੜੇ ਇਕੱਠੇ ਗੱਡੀ 'ਚ ਘੁੰਮਦੇ ਹੁੰਦੇ ਸੀਗੇ ਜੀ। ਜਦੋਂ ਸਿੱਧੂ ਸਾਹਿਬ ਬਕਾਇਦਾ ਤੌਰ ਤੇ 2007 ਦੀ ਚੋਣ ਜਿੱਤਦੇ ਨੇ ਜੀ, ਸੌਰੀ 2009 ਦੀ, ਉਦੋਂ ਇਹ 7000 ਤੇ ਜਿੱਤਦੇ ਆ ਤੇ ਬਾਕੀ ਸਾਰੀਆਂ ਕੌਂਸੀ ਚ ਹਾਰਦੇ, ਸਿਰਫ ਇੱਕ ਮਜੀਠਾ ਹੁੰਦੀ ਸੀ ਕੌਂਸੀ ਚ ਹਾਰੇ ਜਿੱਤੇ ਸੀ ਜੀ। ਉਦੋਂ 5000 ਤੇ ਜਿੱਤੇ, 7000 ਕੇ 7000 ਦੀ ਲੀਡ ਬਣੀ ਸੀ, ਜੇ ਨਾ ਬਣਦੀ ਸ਼ਾਇਦ ਚੋਣ ਹਾਰ ਜਾਂਦੇ। ਬਿਲਕੁਲ। ਇਸ ਕਰਕੇ ਇਹ ਸਿਆਸੀ ਜਿਹੜੀ ਗੱਲਾਂ ਨੇ ਉਹਨੂੰ ਜਾਤੀ ਜੀ ਬਣਾਇਆ ਜਾਣਾ ਚਾਹ। ਤੁਸੀਂ ਪਿੱਛੇ ਵੀ ਚੱਲ ਜਾਓ, ਪੁਰਾਣੀਆਂ ਜਿਹੜੀਆਂ ਹੁੰਦੀਆਂ, ਅੱਜ ਤੋਂ 50 ਸਾਲ ਪਿੱਛੇ ਚੱਲ ਜਾਓ, 40 ਸਾਲ ਪਿੱਛੇ ਚੱਲ ਜਾਓ, ਉਹ ਜਦੋਂ ਕਿਤੇ ਕਿਤੇ ਮਿਲਦੇ ਸਰਦਾਰ ਫਲਾਣਾ ਸਾਹਿਬ ਕੀ ਹਾਲ ਚਾਲ ਹੈ, ਸਰਦਾਰ ਢਿਗਲੇ ਸਾਹਿਬ ਕੀ ਹਾਲ ਚਾਲ, ਪੰਡਿਤ ਜੀ ਫਲਾਣੇ ਜੀ ਕੀ ਹਾਲ ਚਾਲ, ਮਤਲਬ ਏਦਾਂ ਸਵਾਲ ਚੱਲ ਪੁੱਛਦੇ ਜੇ ਕਿਸੇ ਨੂੰ। ਉਹ ਕਹਿੰਦੇ ਸਾਡੀ ਵਿਚਾਰਧਾਰਕ ਲੜਾਈ ਵੱਖਰੀ ਹੈ ਜੀ, ਜਾਤੀ ਰਿਲੇਸ਼ਨ ਸਾਡੇ ਵੱਖਰੇ ਨੇ ਜੀ। ਜੀ ਬਿਲਕੁਲ ਜੀ। ਇਹ ਤਾਂ ਗੱਲ ਹੋਈ ਕਾਂਗਰਸ ਤੇ ਅਕਾਲੀ ਦਲ ਦੇ ਲੀਡਰਾਂ ਦੀ। ਸੱਚਾ ਸੌਦਾ ਵਾਲਿਆਂ ਨੇ ਅਕਾਲੀਆਂ ਦੀ ਮਦਦ ਦਾ ਐਲਾਨ ਕੀਤਾ ਤਾਂ ਆਮ ਆਦਮੀ ਪਾਰਟੀ ਦਾ ਗਣਿਤ ਵਿਗੜ ਗਿਆ। ਪੱਟੀ ਸਾਹਿਬ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ, ਬਕਾਇਦਾ ਤੌਰ ਤੇ ਸਭ ਤੋਂ ਵੱਧ ਪੋਲਿੰਗ ਜੁੜੀ ਹੋਈ ਹੈ ਗਿੱਦੜਬਾਹਾਂ ਦੇ ਵਿੱਚ ਜੀ। 84.94% ਪੋਲਿੰਗ ਹੋਈ ਹੈ ਤੇ ਸਭ ਤੋਂ ਘੱਟ ਪੋਲ ਹੋਈ ਹੈ ਅੰਮ੍ਰਿਤਸਰ ਵੈਸਟ ਦੇ ਵਿੱਚ ਜੀ, 55.40। ਇਹਦਾ ਮਤਲਬ ਇਹ ਆ ਕਿ ਵਾਕਿਆ ਜਿਹੜੇ ਡੇਰੇ ਦਾ ਤੇ ਬਾਬਿਆਂ ਦਾ ਰੋਲ ਜਿਹੜਾ ਸੀ ਮਾਲ ਵਿੱਚ ਕਾਫੀ ਜ਼ਿਆਦਾ ਰਿਹਾ ਜੀ, ਕਿਉਂਕਿ ਇੱਕ ਦਿਨ ਪਹਿਲਾਂ ਬਕਾਇਦਾ ਤੌਰ ਤੇ ਡੇਰਾ ਸਿਰਸਾ ਵਾਲਿਆਂ ਨੇ ਅਨਾਉਂਸ ਕਰ ਦਿੱਤਾ ਸੀ ਕਿ ਸਾਡੀਆਂ ਵੋਟਾਂ ਜਿਹੜੀਆਂ ਜਿੱਥੇ ਭਾਜਪਾ ਦਾ ਉਮੀਦਵਾਰ ਨੂੰ ਭਾਜਪਾ ਦੀ ਹੋਣੀ, ਜਿੱਥੇ ਭਾਜਪਾ ਦਾ ਉਮੀਦਵਾਰ ਨਹੀਂ ਉੱਥੇ ਅਕਾਲੀਆਂ ਨੂੰ ਜਾਣਗੇ ਜੀ। ਬਕਾਇਦਾ ਤੌਰ ਤੇ ਗਈਆਂ, ਉਹਦਾ ਅਸਰ ਵੀ ਹੋਇਆ, ਲੇਕਿਨ ਮੈਂ ਫੇਰ ਵੀ ਕਹੂੰ ਇੰਨਾ ਅਸਰ ਨਹੀਂ ਜਿੰਨਾ ਹੋਣਾ ਚਾਹੀਦਾ ਸੀ ਜੀ। ਕਿ ਜਦੋਂ ਤੋਂ ਉਹ ਬਾਬਾ ਬਾਹਰ ਸੀਗਾ, ਆਪਣੇ ਡੇਰੇ ਦੇ ਵਿੱਚ ਸੀਗਾ ਤੇ ਉਦੋਂ ਕੁਛ ਹੋਰ ਸੀਗਾ, ਤੇ ਹੁਣ ਬਾਬਾ ਜੇਲ੍ਹ 'ਚ, ਤੇ ਉਹਨਾਂ ਨੂੰ ਪਤਾ ਬਾਬੇ ਦੀ ਜਿਹੜੀ 7 ਤਰੀਕ ਨੂੰ ਪਰੋਲ ਮਿਲੀ ਸੀ, 27 ਤੱਕ ਪਰੋਲ ਰਹਿਣੀ ਹੈ ਤੇ 28 ਨੂੰ ਬਾਬੇ ਨੇ ਫਿਰ ਜੇਲ੍ਹ ਚਲ ਜਾਣਾ। ਉਹਦਾ ਇੰਨਾ ਪ੍ਰਭਾਵ ਨਹੀਂ ਰਿਹਾ ਜੀ, ਕਿਉਂਕਿ ਇਹਨਾਂ ਨੇ ਕਿਹਾ ਸੀ ਭਾਈ ਏਦਾਂ ਕਿਉਂ, ਇੱਕ ਪਾਰਟੀ ਨੂੰ ਕਿਉਂ ਤੁਸੀਂ ਕਹਿੰਦੇ ਹੋ? ਤੁਸੀਂ ਇਹ ਗੱਲ ਕਹੋ ਕਿ ਜਿਹੜੇ ਵੀ ਉਮੀਦਵਾਰ ਨੇ, ਜਿਹੜੇ ਵੀ ਕੈਂਡੀਡੇਟ ਨੇ, ਜਿਹੜੇ ਵੀ ਵਿਅਕਤੀ ਨੇ ਸਾਡੀ ਔਖੇ ਵੇਲੇ ਮਦਦ ਕੀਤੀ, ਅਸੀਂ ਉਹਨੂੰ ਵੋਟਾਂ ਪਾਵਾਂਗੇ ਜੀ। ਉਹਦੇ ਵਿੱਚ ਵੋਟਾਂ ਪੈਣੀਆਂ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਲੇਕਿਨ ਫੇਰ ਵੀ ਸਮੀਕਰਨ ਵਿਗਾੜ ਦਿੱਤੇ ਤੇ ਇਹਨਾਂ ਨੂੰ ਉਮੀਦ ਸੀ ਆਪ ਵਾਲਿਆਂ ਨੂੰ ਅਸੀਂ 40 ਸੀਟਾਂ ਘੱਟੋ ਘੱਟ ਜਿਹੜਾ ਉਹ ਲੈ ਜਾਵਾਂਗੇ ਉੱਥੋਂ, ਤੇ 20 ਸੀਟਾਂ ਸਾਨੂੰ ਦੁਆਬੇ ਤੇ ਮਾਲ ਵਿੱਚ ਮਿਲ ਜਾਣੀ ਹੈ ਤੇ ਅਸੀਂ ਆਪਣੀ ਸਰਕਾਰ ਬਣਾ ਲੈਣੀ ਜੀ। ਹੁਣ ਇਹਨਾਂ ਨੇ ਜਦੋਂ ਅਨਾਉਂਸ ਕਰ ਦਿੱਤਾ, ਬਕਾਇਦਾ ਤੌਰ ਤੇ ਸੱਚਾ ਸੌਦਾ ਵਾਲੇ ਨੇ ਆਪਣੇ ਜਿਹੜੇ ਪੈਰੋਕਾਰ ਸੀ ਆਪਣੀਆਂ ਗੱਡੀਆਂ ਲੈ ਕੇ ਘੁੰਮਦੇ ਰਹੇ ਜੀ, ਆਪਣੇ ਸੰਗੀਆਂ ਸਾਥੀ ਨੂੰ ਕਹਿੰਦੇ ਰਹੀ ਫਲਾਣੇ ਉਮੀਦਵਾਰ ਨੂੰ ਵੋਟ ਪਾਓ, ਢਿੰਗੜੇ ਨੂੰ ਪਾਓ, ਉਂਕੜੇ ਨੂੰ ਵੋਟ ਪਾਓ। ਇਹ ਨਹੀਂ ਗੱਲ ਨਹੀਂ ਕਾਂਗਰਸ ਨੇ, ਕੁਝ ਕਾਂਗਰਸੀ ਨੂੰ ਪਈਆਂ ਨੇ, ਕੁਝ ਆਪ ਵਾਲੇ ਨੇ, ਇੱਕ ਦੇ ਬੰਦੇ ਆਪ ਵਾਲੇ ਨੂੰ ਪਈ ਵੋਟ ਤੇ ਪਈਆਂ ਨੇ ਵੋਟਾਂ ਉਹਨਾਂ ਨੂੰ ਜੀ। ਲੇਕਿਨ ਇਹ ਆ ਵੀ ਮੇਨ ਉਹਨਾਂ ਦਾ ਸੀ ਵੀ ਜਿੱਥੇ ਭਾਜਪਾ ਦਾ ਉਮੀਦਵਾਰ ਉਹਨਾਂ ਨੂੰ ਭਾਜਪਾ ਨੂੰ ਪਾ ਦਿਓ, ਜਿੱਥੇ ਅਕਾਲੀਆਂ ਦਾ ਉਮੀਦਵਾਰ ਉਹਨੂੰ ਅਕਾਲੀਆਂ ਨੂੰ ਪਾ ਦਿਓ ਜੀ। ਹੁਣ ਤੁਹਾਨੂੰ ਪਤਾ ਜਿਵੇਂ ਮਜੀਠੀਆ ਸਾਹਿਬ ਨੇ ਕਹਿ ਦਿੱਤਾ ਸੀਗਾ ਵੀ ਵੇਖੋ ਉਹਦੇ ਇਲੈਕਸ਼ਨ ਹੋਈ ਸੀਗੀ, ਬਾਅਦ ਦੇ ਵਿੱਚ ਚਲੋ ਮਜੀਠੀਆ ਨੇ ਕਹਿਤਾ ਜੀ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ। ਭਾਈ ਤੋੜ ਮੋੜ ਕੇ ਤਦ ਕਿਹਾ ਜਾਵੇ ਕਿ ਲਿਖਿਆ ਹੋਵੇ ਜੀ। ਹੁਣ ਤੇ ਵੀਡੀਓ ਸਾਹਮਣੇ ਤੁਹਾਡੇ ਹੈਗੀ ਹੈ, ਤੁਸੀਂ ਕਹਿਤਾ ਜੀ ਸਾਡਾ ਜਲਾਵਾ ਅਕਾਲੀ ਦਲ ਤਾਂ ਬੀਜੇਪੀ ਦਾ ਅਲਾਇੰਸ ਜਲਾਵਾ ਇਸ ਚੋਣ ਤੋਂ ਬਾਅਦ ਹੋ ਸਕਦਾ ਜੀ। ਉਹਦੇ ਤੇ ਟਿੱਪਣੀ ਬਕਾਇਦਾ ਤਰਮਨੇ ਜੀ ਨੇ ਕਾਲੀ ਨੇ ਕਰਤੀ ਵੀ ਹੋ ਸਕਦਾ, ਉਹਦੇ ਤੇ ਬਕਾਇਦਾ ਪੁਲਿਸ ਸਾਹਿਬ ਨੇ ਕਹਿਤਾ ਕਿ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ
ਇਸ ਕਰਕੇ ਮੇਰਾ ਕਹਿਣ ਤੋਂ ਭਾਵ ਵੀ ਮਾਲਵੇ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਵੋਟ ਪਰਸੈਂਟੇਜ ਵਧੀ ਹੈ, ਇਹਦਾ ਮਤਲਬ ਉੱਥੇ ਬਾਬਿਆਂ ਦੀ ਵੋਟ ਜਿਹੜੀ ਆ ਉਹ ਪਈ ਆ। ਹੁਣ ਤੁਸੀਂ ਲੈ ਲਓ ਗਿੱਦੜਬਾਹ 84% ਪਈ ਆ, ਸਰਦੂਲਗੜ੍ਹ 84 ਪਈ, ਆਪਣੀ 64 ਪਈ ਆ, ਬੁਢਲਾਡਾ 81.52 ਪਈ ਆ, ਲੰਬੀ 81.35 ਪਈ ਆ। ਇਹ ਫਿਰ ਉਹਨਾਂ ਡੇਰੇ ਤਰ੍ਹਾਂ ਦੀ ਵੋਟ ਨਾਲ ਰਲ ਕੇ ਤੇ ਫਿਰ ਇੱਥੋਂ ਤੱਕ ਸਿਚੁਏਸ਼ਨ ਪੁੱਜੀ ਹੈ। ਡੇਰੇ ਦੀ ਪਾ ਲਓ, ਹੋਰ ਬਾਬਿਆਂ ਦੀ ਲੈ ਲਓ ਕਿ ਬਾਬਿਆਂ ਦੇ ਡੇਰੇ, ਬਹੁਤੇ ਡੇਰੇ ਜਿਹੜੇ ਆ ਉਹ ਮਾਝੇ ਤੇ ਬਹੁਤ ਘੱਟ ਆ, ਦੁਆਬੇ 'ਚ ਕੁਛ ਹੈਗੇ ਤੇ ਕੁਛ ਸਾਡੇ ਹੈਗੇ ਨੇ, ਮਾਲਵੇ 'ਚ ਬਹੁਤ ਜ਼ਿਆਦਾ ਨੇ। ਟੋਟਲ 2200 ਡੇਰੇ ਨੇ, ਜਿਹਦੇ ਵਿੱਚੋਂ 5-6 ਡੇਰੇ ਜਿਹੜੇ ਬੜੇ ਕਾਫੀ ਮਜ਼ਬੂਤ ਨੇ, ਜਿਨ੍ਹਾਂ ਕੋਲ ਵੋਟ ਬੈਂਕ ਉਹਨਾਂ ਦਾ ਆਪਣਾ ਹੈਗਾ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਆਪ ਦਾ ਗਣਿਤ ਉਹਨਾਂ ਵਿਗਾੜ ਦਿੱਤਾ ਵੀ ਜਿਹੜੀਆਂ ਵੋਟਾਂ ਉੱਥੇ ਜਿਹੜੀਆਂ ਪੈਣੀਆਂ ਸੀ, ਆਪ ਨੂੰ ਪੈਣੀਆਂ ਸੀ, ਉਹ ਵੋਟਾਂ ਵਿੱਚ ਕੁਛ ਪੈ ਗਈਆਂ ਅਕਾਲੀ ਦਲ ਨੂੰ, ਪੈ ਗਿਆ ਕੁਛ ਭਾਜਪਾ ਨੂੰ ਪੈ ਗਿਆ। ਭਾਜਪਾ ਸਿਰਫ ਤੇ ਸਿਰਫ ਪਤਾ ਵੀ ਸਾਡਾ ਕੁਛ ਬਣਨਾ ਤਾਂ ਹੈ ਨਹੀਂ, ਲੇਕਿਨ ਉਹਨਾਂ ਦੇ ਇੱਥੇ ਪ੍ਰਧਾਨ ਮੰਤਰੀ ਵੀ ਆਏ, ਇੱਥੇ ਰੱਖਿਆ ਮੰਤਰੀ ਵੀ ਆਏ, ਇੱਥੇ ਉਹਨਾਂ ਦੇ ਪ੍ਰਧਾਨ ਵੀ ਆਏ, ਸਾਰੇ ਮੰਤਰੀ ਆਏ, ਸੰਤਰੀ ਲਾ ਛੱਡੇ ਇੱਥੇ ਉਹਨਾਂ ਨੇ ਜੀ। ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਖੁਦ ਕੈਪਟਨ ਖੋਦੇ ਆ ਜੀ, ਉਹਨਾਂ ਨੂੰ ਆਪਣੀ ਸੀਟ ਦੀ ਰੱਖਿਆ ਕਰਨ ਵਾਸਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੁਲਾਉਣਾ ਪਿਆ ਉੱਥੇ ਜੀ। ਉਹ ਉੱਥੇ ਆ ਕੇ ਪ੍ਰਚਾਰ ਕਰਕੇ ਗਏ ਉਹਨਾਂ ਦਾ। ਇਸ ਕਰਕੇ ਭਾਜਪਾ ਨੂੰ ਬਹੁਤਾ ਕੁਛ ਨਾ ਮਿਲੇ, ਲੇਕਿਨ ਆਪਣੀ ਵੋਟ ਪਰਸੈਂਟ ਵਧਾ ਕੇ 2024 ਤੇ 2027 ਦੇ ਵਿੱਚ ਕੁਛ ਨਾ ਕੁਛ ਕਰਨਾ ਚਾਹੁੰਦੇ ਆ, ਔਰ ਉਹ ਕਰਨਗੇ ਵੀ ਜ਼ਰੂਰ। ਤੇ ਜਿਹੜੀ ਇਹਨਾਂ ਅਲਾਇੰਸ ਦੀ ਗੱਲ ਕੀਤੀ ਆ, ਵੇਖੋ ਕਾਲੀਆਂ ਦਾ ਤੇ ਇਹਨਾਂ ਦਾ ਜਿਹੜਾ 9 ਮਾਸ ਦਾ ਰਿਸ਼ਤਾ ਸੀਗਾ ਉਹ ਪਹਿਲਾਂ ਵੀ ਨਹੀਂ ਟੁੱਟਾ, ਰਸਮੀ ਤੌਰ ਤੇ ਟੁੱਟਾ ਸੀ, ਬਾਹਰੋਂ ਬਾਹਰ ਅੰਦਰ ਖਤਮ ਸਭ ਗੱਲ ਚੱਲਦੀ ਸੀ, ਅੱਜ ਵੀ ਚੱਲ ਰਹੀ ਹੈ ਜੀ। ਦੂਸਰੀ ਗੱਲ, ਸੁਨੀਲ ਜਾਖੜ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਚੋਣਾਂ ਤੋਂ ਬਾਅਦ ਮੁੜ ਲਾਗੂ ਹੋ ਸਕਦੇ ਨੇ ਕਾਨੂੰਨ ਜੀ, ਕੀ ਕਹਿਣਾ ਚਾਹੋਗੇ? ਸੁਨੀਲ ਜਾਖੜ ਦਾ ਮੈਂ ਕਹੂੰਗਾ ਸਿਆਸੀ ਬਿਆਨ ਨੂੰ ਜੀ, ਕਿਉਂਕਿ ਕਰੀਬ 1 ਸਾਲ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਦੇ ਭਾਜਪਾ ਨੇ ਕਿਸਾਨਾਂ ਨਾਲ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਪੰਗਾ ਲੈ ਕੇ ਵੇਖ ਰਿਹਾ ਵੀ ਕਿਸਾਨ ਕਿੰਨੇ ਕੁ ਮਜ਼ਬੂਤ ਹੈਗੇ ਜੀ। ਜੇ ਗਾਂ ਵੀ ਪੰਗਾ ਲੈਣਗੇ ਤੇ ਬੜੀ ਬੁਰੀ ਤਰ੍ਹਾਂ ਉਹ ਫੱਟ ਖਾਣਗੇ। ਲੇਕਿਨ ਉਹ ਇਹ ਮਹਿਸੂਸ, ਉਹਨਾਂ ਨੇ ਇਹ ਮਹਿਸੂਸ ਕੀਤਾ ਵੀ ਜਿਵੇਂ ਰਾਜੇਵਾਲ ਸਾਹਿਬ ਟੌਪ ਦੇ ਆਗੂ ਬਣ ਗਏ ਸੀ, ਵਰਲਡ ਦੇ ਟੌਪ ਦੇ ਆਗੂ ਜੀ, ਲੇਕਿਨ ਇਸ ਇਲੈਕਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਇਸ ਆਪਣੀ ਜਿਹੜੀ ਸੀ ਬਾਬਾ ਨੂੰ ਬੜੀ ਠੇਸ ਪਹੁੰਚਾਈ ਉਹਨਾਂ ਦੀ। ਕੱਲ ਨੂੰ ਇਲੈਕਸ਼ਨ ਹਾਰ ਜਾਂਦੇ ਆ ਤੇ ਫਿਰ ਪੱਲੇ ਕੀ ਰਹੂਗਾ ਜੀ। ਉਹਨਾਂ ਦਾ ਇਹ ਸੰਕੇਤ ਆ ਵੀ ਜੇ ਕਿਤੇ ਕਿਸਾਨ ਮੋਰਚੇ ਦੇ ਆਗੂ ਸਿਰਫ ਕਿੰਗ ਮੇਕਰ ਰਹਿੰਦੇ ਜੀ ਤੇ ਇਹਨਾਂ ਦਾ ਸਤਿਕਾਰ ਹੋਰ ਵੱਧਦਾ। ਬਿਲਕੁਲ। ਹੁਣ ਜਦੋਂ ਆਪ ਇਲੈਕਸ਼ਨ ਦੇ ਵਿੱਚ ਆ ਗਏ ਤੇ ਇਲੈਕਸ਼ਨ ਦੇ ਵਿੱਚ ਬਹੁਤਾ ਕੁਛ ਨਾ ਮਿਲਿਆ, ਕੋਈ ਉਮੀਦਵਾਰ ਨਾ ਜਿੱਤੇ, ਤੇ ਫਿਰ ਉਹ ਇਹਨਾਂ ਨੂੰ ਘਾਟੇ ਵਾਲਾ ਸੌਦਾ ਰਹੂਗਾ, ਜਿਹਦੇ ਕਰਕੇ ਉਹ ਮਹਿਸੂਸ ਕਰਦੇ ਆ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਲਗਭਗ ਖਤਮ ਹੋ ਚੁੱਕਾ ਤੇ ਖਤਮ ਹੋਣ ਤੋਂ ਬਾਅਦ ਜਿਹੜਾ ਵਾ ਉਹ ਜਿਹੜੀ ਕੇਂਦਰ ਸਰਕਾਰ ਉਹ ਕਾਨੂੰਨ ਕਿਸੇ ਦੂਸਰੇ ਰੂਪ ਚ ਉਸੇ ਸ਼ੇਪ ਨੂੰ ਲਾਗੂ ਕਰ ਸਕਦੀ ਹੈ। ਪਰ ਮੈਨੂੰ ਉਮੀਦ ਨਹੀਂ ਵੀ ਪ੍ਰਧਾਨ ਮੰਤਰੀ ਸਾਹਿਬ ਇਹੋ ਜਿਹਾ ਕੋਈ ਪੰਗਾ ਲੈਣਗੇ। ਉਹਨਾਂ ਤੇ ਬੜੀ ਮੁਸ਼ਕਲ ਨਾਲ ਆਪਣੇ ਕੋਲ ਬੁਲਾ ਲਈ ਹੈ। ਸੁਨੀਲ ਜਾਖੜ ਦਾ ਸਿਆਸੀ ਬਿਆਨ ਹੋ ਸਕਦਾ ਵਾ, ਗਰਾਊਂਡ ਲੈਵਲ ਤੇ ਮੈਂ ਨਹੀਂ ਮਹਿਸੂਸ ਕਰਦਾ ਵੀ ਇਹੋ ਜਿਹੀ ਗੱਲ ਕੋਈ ਹੋਊਗੀ ਜੀ। ਪੱਟੀ ਸਾਹਿਬ, ਇੱਕ ਸਿਆਸੀ ਤੇ ਗੈਰ ਸਿਆਸੀ ਗਲਿਆਰਿਆਂ 'ਚ ਵੋਟਾਂ ਵਾਲੇ ਦਿਨ ਤੇ ਉਸ ਤੋਂ ਪਹਿਲਾਂ 20 ਦਾ ਨੋਟ ਬਣਿਆ ਸ਼ਰਾਬ ਦੇ ਠੇਕੇ ਤੋਂ, ਸ਼ਰਾਬ ਦੀ ਪੇਟੀ ਲੈਣ ਦਾ ਸਾਧਨ। ਇਹਦੇ ਬਾਰੇ ਇਸ ਚਰਚਾ, ਚੁੰਝ ਚਰਚਾ ਤੇ ਖੁੰਡ ਚਰਚਾ, ਇਹ ਕੀ ਕਹਿਣਾ ਚਾਹੋਗੇ? ਦੇਖੋ ਬਰਾੜ ਸਾਹਿਬ, ਚੱਕਰ ਪਤਾ ਕੀ ਹੈ, ਕੋਈ ਪਰਚੀ ਜਾਂਦੀ ਥਾਣੇ ਤੇ ਇਹਨੂੰ ਇੱਕ ਪੇਟੀ ਸ਼ਰਾਬ ਦੀ ਦਿੱਤੀ ਜਾਵੇ ਜੀ, ਤੇ ਉਹ ਬਕਾਇਦਾ ਤੌਰ ਤੇ ਬਾਚੀ ਜਾਂਦੀ ਸੀ, ਵੇਖੀ ਜਾਂਦੀ ਸੀ, ਉਹਦੇ ਤੇ ਜਿਹੜਾ ਸੀ ਚੋਣ ਕਮਿਸ਼ਨ ਕਾਰਵਾਈ ਕਰ ਸਕਦਾ ਸੀ ਜੀ। ਇੱਕ ਨਹੀਂ, ਇੱਕ ਦੋ ਤੇ ਮੈਨੂੰ ਅਕਾਲੀ ਉਮੀਦਵਾਰਾਂ ਬਾਰੇ ਜਾਣਕਾਰੀ, ਕੁਝ ਕਾਂਗਰਸੀ ਹੋ ਸਕਦੇ, ਕਿਸੇ ਨੇ 10 ਦੇ ਨੋਟ ਲਾਇਆ ਤੇ ਕਿਸੇ ਨੇ 20 ਦੇ ਨੋਟ ਲਾਇਆ। ਇਹ ਬਕਾਇਦਾ ਤੌਰ ਤੇ ਨਵੇਂ ਨੋਟ ਲਾਏ, ਸੀਰੀਅਲ ਵਾਈਜ਼ ਜੀ, ਨਵੇਂ ਨੋਟ ਲੈ ਕੇ ਬਕਾਇਦਾ ਤੌਰ ਤੇ ਉਹਨਾਂ ਆਪਣੇ ਕੋਲ ਰੱਖਿਆ ਤੇ ਉਹਨਾਂ ਦੇ ਨੰਬਰ ਦਿੱਤੇ ਆ ਠੇਕੇ ਵਾਲਾ ਵੀ, ਸ਼ਰਾਬ ਦੇ ਠੇਕੇ ਵਾਲਿਆਂ ਜੀ, ਜਾਂ ਜਿੱਥੋਂ ਵੀ ਕੋਈ ਸਮਾਨ ਲੈਣਾ ਉੱਥੋਂ। ਹੁਣ ਜੇ 20 ਦਾ ਨੋਟ ਆ, ਜੇ 20 ਦਾ ਨੋਟ ਤੁਸੀਂ ਦੇਤਾ ਤੇ ਉਹ ਨੰਬਰ ਉਹਨਾਂ ਕੋਲ ਠੇਕੇ ਵਾਲੇ ਕੋਲ 20 ਦਾ ਨੋਟ ਲੈ ਕੇ ਗਿਆ, ਠੇਕੇ ਵਾਲੇ ਨੇ 20 ਦਾ ਨੋਟ ਰੱਖ ਲਿਆ, ਨੰਬਰ ਵੇਖ ਕੇ ਵੀ ਨੰਬਰ ਸੀਲ ਜੇ ਸਾਡੇ ਕੋਲ ਇਹੀ ਹੈ, ਤੇ ਉਹਨੂੰ ਸ਼ਰਾਬ ਦੀ ਪੇਟੀ 20 ਰੁਪਏ ਦੀ ਦੇਤੀ ਜੀ। ਮਤਲਬ ਨਵੀਂ ਕਾਢ ਸੀਗੀ ਕਿ ਵੇਖੋ ਜੀ ਅਸੀਂ ਤੇ ਕੋਈ ਅਸੀਂ ਕੁਛ ਕੀਤਾ ਹੀ ਨਹੀਂ, ਸਾਨੂੰ ਨਹੀਂ ਪਤਾ ਕਿਹਨੇ ਕੀਤਾ। ਕੋਈ ਪਰਚੀ ਵਿਖਾ ਦੇ, ਕੋਈ ਗੱਲ ਵਿਖਾ ਦੇ, ਕੋਈ ਫੋਨ ਵਿਖਾ ਦੇ, ਕੋਈ ਮੈਸੇਜ ਵਿਖਾ ਦੇ। ਇਸੇ ਤਰ੍ਹਾਂ ਕਈਆਂ ਨੇ 10 ਦੇ ਨੋਟ ਲਾਏ, ਉਹਨਾਂ ਨੇ ਵੀ ਇਹੋ ਕੁਛ ਕੀਤਾ ਵਾ। ਇਹ ਨਹੀਂ ਗੱਲ ਇਕੱਲੇ ਮੈਂ ਖਾਲੀ ਕਹਿੰਦਾ, ਸਾਰੇ ਇੱਕ ਮੁਹਿੰਮ ਚ ਲੰਗੇ ਨੇ, ਸਾਰੇ ਸਭ ਕੁਝ ਹੀ ਕੀਤਾ ਇਹਨਾਂ ਨੇ ਜੀ।
ਤੇ ਜੇ ਆਪਾਂ ਕਾਲੀ ਹੋ ਕੇ ਸ਼ਰਾਬ ਦੇ ਕੇ ਵੋਟਾਂ ਲੈਣੀਆਂ ਤੇ ਮੇਰੇ ਖਿਆਲ ਫਿਰ ਲਾਹਨਤ ਸਾਡੇ ਵਾਸਤੇ ਜਿਹੜੀ ਇਲੈਕਸ਼ਨ ਦਿੱਤੀ ਕਾਦੀ ਇਲੈਕਸ਼ਨ ਹੈ ਫਿਰ ਜੀ। ਉਹ ਜੇ ਲੈਣ ਵਾਲੇ ਤੇ ਉਹ ਜੇ ਦੇਣ ਵਾਲੇ, ਤੁਸੀਂ ਕਹੋ ਭਾਈ ਅਸੀਂ ਬਿਲਕੁਲ ਸ਼ਰਾਬ ਨਹੀਂ ਵੰਡਣੀ, ਵੋਟ ਪਾਉਣੀ ਬਹੁਤ ਨਹੀਂ ਪਾਉਣੀ ਨਾ ਸਹੀ, ਇਹ ਸੇਵਾ ਨਹੀਂ। ਜੇ ਸੇਵਾ ਹੁੰਦੀ ਤੇ ਫਿਰ ਤੁਸੀਂ ਸ਼ਰਾਬ ਨਾ ਪਿਆਉਂਦੇ ਲੋਕਾਂ ਨੂੰ। ਮੈਂ ਇੱਕ ਪਾਰਟੀ ਦੀ ਗੱਲ ਕਰਦਾ, ਕਈ ਜਗ੍ਹਾ ਤੇ ਆਪ ਵਾਲੇ ਪੈਸੇ ਦਿੱਤੀ ਸ਼ਰਾਬ ਦਿੱਤੀ ਆ, ਆਪ ਵਾਲੇ ਬਕਾਇਦਾ ਤੌਰ ਤੇ ਜਿਹੜਾ ਉੱਤੇ ਮਤਲਬ ਦੇ ਪੈਸੇ ਵੀ ਦਿੱਤੇ ਨੇ। ਹੁਣ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੀ ਪਟਿਆਲੇ ਦੇ ਵਿੱਚ ਉੱਥੇ ਤੇ ਤੋਂ ਚਰਚਾ ਸੀ ਵੀ ਉੱਥੇ ਜਿਹੜਾ ਸੀ ਚੱਟਾ ਵੀ ਵਰਤਾਇਆ ਗਿਆ, ਸ਼ਰਾਬ ਵੀ ਵਰਤਾਈ ਗਈ, ਪੈਸੇ ਵੀ ਵਰਤਾਏ ਗਏ। ਸਾਨੂੰ ਨਹੀਂ ਪਤਾ ਚਰਚਾ ਦੀ ਗੱਲ ਕਰ ਰਹੇ ਸੀ ਜੋ ਅਖਬਾਰਾਂ ਛਪਿਆ ਉਹਦੀ ਗੱਲ ਕਰਨੀ ਹੈ। ਜੇ ਇਹ ਗੱਲ ਹੈਗੀ ਸੀ ਤੇ ਫਿਰ ਮੈਂ ਸੋਚਦਾ ਕਿ ਲੋਕ ਸੂਬੇ ਦਾ ਕਦੀ ਵੀ ਭਲਾ ਨਹੀਂ ਕਰ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਨਸ਼ੇ ਖਤਮ ਕਰ ਦਿਆਂਗੇ, ਲੱਕ ਤੋੜ ਦਿਆਂਗੇ, ਨਾ ਲੱਕ ਟੁੱਟਾ ਨਾ ਖਤਮ ਹੋਏ, ਕੁਛ ਨਹੀਂ ਹੈ। ਨਸ਼ੇ ਉਸੇ ਤਰ੍ਹਾਂ ਵਿਕ ਰਹੇ, ਮਹਿੰਗੇ ਹੋ ਕੇ ਵਿਕ ਰਹੇ ਸਭ ਜੀ। ਇਸ ਕਰਕੇ ਜੇ ਇਲੈਕਸ਼ਨ ਵਿੱਚ ਨਸ਼ੇ ਵਰਤਾਉਣੇ ਆ ਤੇ ਨਸ਼ੇ ਵਰਤਾ ਕੇ ਵੋਟਾਂ ਲੈਣੀਆਂ ਤੇ ਫਿਰ ਮੈਂ ਸੋਚਦਾ ਕਿ ਸੇਵਾ ਨਹੀਂ ਕਰ ਰਹੇ ਤੁਸੀਂ, ਤੇ ਇੱਕ ਮਨਸੂਬਾ ਬਣਾ ਰਿਹਾ ਵੀ ਅਸੀਂ ਸੱਤਾ ਲੈ ਕੇ ਲੁੱਟਣਾ ਕਿਵੇਂ ਪੰਜਾਬ ਨੂੰ। ਪੰਜਾਬ ਨੂੰ ਹੁਣ ਤੱਕ ਲੁੱਟਿਆ ਹੀ ਹੈ ਜੀ। 1980 ਤੋਂ ਬਾਅਦ ਪੰਜਾਬ ਨੂੰ ਲੁੱਟਿਆ ਤੇ ਪੁੱਟਿਆ, ਰੱਜ ਕੇ ਲੁੱਟਿਆ ਪਿਆ ਤੇ ਗਿਆ। 1992 ਦੇ ਵਿੱਚ ਇੱਕ ਮਿਨਿਸਟਰ ਗਿਆ ਜੀ ਦੂਸਰੇ ਮਿਨਿਸਟਰ ਕੋਲ ਜੀ, ਆ ਮੇਰਾ ਬਣੇਵਾ ਤੈਨੂੰ ਭਰਤੀ ਕਰ ਲੈ ਤੇ ਆਈ ਹੈ ਤੇ ਰਜਿਸਟਰੀ ਪਰ ਨਾਂ ਲਿਖ ਲੈਣਾ ਜੀ। ਉਹਨੇ ਤੋਂ ਕੋਈ ਪੈਸੇ ਮੰਗ ਲਏ, ਕਹਿੰਦਾ ਜੀ 2 ਲੱਖ ਰੁਪਏ ਦੇ ਦਿਓ। ਉਹ ਕਹਿੰਦਾ ਯਾਰ ਮੰਦੇ ਦੇ ਬਰਾਬਰ ਦਾ ਮਿਨਿਸਟਰ ਤੂੰ ਮੇਰੇ ਕੋਲ ਪੈਸੇ ਮੰਗਦਾ? ਕਹਿੰਦਾ ਹਾਂ ਬਿਲਕੁਲ, ਉਦਾਂ ਤੈਨੂੰ ਚਾਰ ਲੈਂਦਾ, ਦੇਖੋ ਦੋਵਾਂ ਗੇੜੇ ਸੀ ਕਰਕੇ ਮੈਂ। ਉਹ ਮੁੱਖ ਮੰਤਰੀ ਕੋਲ ਗਿਆ ਜਾਂਦੀ, ਮੈਂ ਉਸੇ ਕੋਲ ਗਿਆ ਤੇ ਮੈਨੂੰ ਆਹ ਗੱਲ ਕਹੀ, ਮੈਂ ਬਰਾਬਰ ਦਾ ਮਿਨਿਸਟਰ ਤੇ ਕੋਈ ਮੁੱਖ ਮੰਤਰੀ ਕਹਿੰਦਾ ਲੋੜ ਨਹੀਂ ਦੇ ਦੇਣੀ ਸੀ, ਕੀ ਫਰਕ ਪਏਗਾ ਜੀ। ਇਹ ਹਾਲ ਆ ਸਾਡਾ, ਇਹ ਹਾਲ ਹੈ ਸਾਡਾ। ਅੱਜ ਮੇਰੇ ਖਿਆਲ ਸ਼ਾਇਦ ਉਹਨਾਂ ਦੇ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰਦਾ ਤਿੰਨਾਂ ਚ ਇੱਕ ਵੀ ਨਹੀਂ ਹੈਗਾ ਦੁਨੀਆ ਦੇ ਉੱਤੇ, ਸਭ ਕੂਚ ਕਰ ਚੁੱਕੇ ਨੇ ਦੁਨੀਆ ਦੇ ਉੱਤੇ। ਉਦੋਂ ਇਹ ਚਰਚਾ ਬੜੀ ਹੋਈ ਸੀ ਵੀ ਇਹ ਸਾਡੀ ਸਾਸੀ ਅਫਗਾਨ ਦੀ ਔਕਾਤ ਆ ਵੀ ਉਹ ਮਿਨਿਸਟਰ ਤੇ ਮਿਨਿਸਟਰ ਕੋਲ ਪੈਸੇ ਮੰਗੇ, ਬਾਕੀ ਕਿਸੇ ਦੀ ਬਾਕੀ ਕਿੱਧਰ ਰਹੇਗੀ। ਇਸ ਕਰਕੇ ਜੇ ਕਿਤੇ ਤੁਸੀਂ ਨਸ਼ੇ ਵੰਡ ਕੇ, ਸ਼ਰਾਬਾਂ ਵੰਡ ਕੇ, ਚਿੱਟਾ ਵੰਡ ਕੇ, ਪੈਸੇ ਵੰਡ ਕੇ ਲੈਣੇ ਹੋ ਤੇ ਫਿਰ ਤੁਸੀਂ ਪੂਰੇ ਕਿੱਥੋਂ ਕਰਨੇ? ਜੋ 2 ਕਰੋੜ ਖਰਚ ਕਰੋਗੇ ਤੇ 200 ਕਰੋੜ ਤੱਕ ਕਮਾਓਗੇ ਤੁਸੀਂ, ਬਿਲਕੁਲ ਨਹੀਂ ਤੇ 20 ਕਰੋੜ ਤੇ ਇਕੱਠਾ ਘੱਟੋ ਕਰੋਗੇ ਨਾ, ਤੂੰ ਕਿੱਥੋਂ ਕਰਨਾ? ਫਿਰ ਰੇਤ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਉਹੀ ਪੈਦਾ ਕਰਨੇ ਆਪਾਂ, ਕਰਨਾ ਹੋਰ ਕੀ ਆਪਾਂ। ਬਿਲਕੁਲ ਇਸ ਕਰਕੇ ਜਿੰਨਾ ਚਿਰ ਸਾਡੀ ਇਸ ਗੰਦਲੀ ਸਿਆਸਤ ਜਿਹੜੀ ਉਹ ਖਤਮ ਨਹੀਂ ਹੁੰਦੀ ਉਹਨਾਂ ਚਿਰ ਜਿਹੜਾ ਵਾ ਉਹ ਪੰਜਾਬ ਦਾ ਭਲਾ ਕਰ ਹੀ ਨਹੀਂ ਸਕਦਾ। ਅੱਜ ਪੰਜਾਬ ਵੇਖੋ ਕਿਸੇ ਵੇਲੇ ਜਿਹੜਾ ਸੀ ਸਭ ਤੋਂ ਅਮੀਰ ਸਟੇਟ ਮੰਨਿਆ ਜਾਂਦਾ ਸੀ, ਅਮੀਰ ਸਟੇਟ ਪੰਜਾਬ ਬੇਟਾ ਜੀ, ਲੇਕਿਨ ਅੱਜ ਇੱਕ ਮਿੱਥ ਬਣ ਚੁੱਕੀ ਹੁਣ ਜਿਹੜਾ ਪੰਜਾਬ ਆ ਹੁਣ ਜਿਹੜੀ ਵੱਡੀ ਆਬਾਦੀ ਵਾਲੇ ਗਰੀਬ ਸੂਬੇ ਉਹਨਾਂ ਉਸ ਪਾਸੇ ਵੱਧ ਰਹੇ, ਇਸ ਤੋਂ ਸ਼ਾਮਲ ਹੋ ਰਹੇ ਸੀ। ਬਿਲਕੁਲ ਸਹੀ ਕਿਹਾ। ਤੇ ਕਿਸੇ ਵੇਲੇ ਪੰਜਾਬ ਨੂੰ ਦੇਸ਼ ਦੀ ਖੇਤੀਬਾੜੀ ਦੀ ਰਾਜਧਾਨੀ ਕਿਹਾ ਜਾਂਦਾ ਸੀਗਾ। ਬਿਲਕੁਲ ਜੀ। ਤੇ ਅੱਜ ਜਿਹੜੀ ਸਾਡਾ ਪੰਜਾਬ ਸੁਸਾਈਡ ਕੈਪੀਟਲ, ਆਤਮ ਹੱਤਿਆਵਾਂ ਕਰਨ ਵਾਲਾ ਦਾ ਜਿਹੜੀ ਉਹ ਰਾਜਧਾਨੀ ਬਣ ਚੁੱਕਾ ਵਾ। ਸਾਡਾ ਕਿਸੇ ਦਾ ਧਿਆਨ ਨਹੀਂ। ਤੁਸੀਂ ਵੇਖੋ ਨਾ ਇਹਨਾਂ ਮੁੱਦਿਆਂ ਦੇ ਵਿੱਚ, ਇਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਮੁੱਦਾ ਕਿਸੇ ਠਾਇਆ? ਕਿਸੇ ਪਾਰਟੀ ਨੇ ਠਾਇਆ? ਬਿਲਕੁਲ ਜੀ। ਤੇ ਨਾ ਕਿਸੇ ਲੀਡਰ ਨੇ ਠਾਇਆ, ਨਾ ਲੋਕਾਂ ਨੇ ਠਾਇਆ। ਪਰ ਭਾਈ ਕਿਸਾਨਾਂ ਦੀਆਂ ਖੁਸ਼ੀਆਂ ਬਾਰੇ, ਖੁਦਕੁਸ਼ੀ ਬਾਰੇ ਕੀ ਸੋਚਿਆ ਤੁਸੀਂ? ਇਸ ਕਰਕੇ ਮੈਂ ਸੋਚਦਾ ਕਿ ਇਹ ਤੇ ਸਿਰਫ ਜਿਹੜੀਆਂ ਛਲਾਵਾ ਨੇ, ਪਹਿਲੀ ਛਲਾਵਾ ਇਲੈਕਸ਼ਨ ਦਾ ਤੇ ਬਸ ਇਹ ਤੋਂ ਕੁਛ ਨਹੀਂ। ਜਿਹੜੇ ਲੋਕਾਂ ਨੇ ਵੋਟ ਨਹੀਂ ਪਾਈ, 60 ਲੋਕਾਂ ਦੇ, ਸ਼ਾਇਦ ਉਹਨਾਂ ਦੇ ਮਨ 'ਚ ਇਹੀ ਹੋਏ ਕਿ ਭਾਈ ਵੋਟ ਪਾਉਣ ਦਾ ਫਾਇਦਾ ਕੋਈ ਨਹੀਂ, ਕੋਈ ਸੁਧਾਰ ਤੇ ਹੁਣ ਇਹ ਤੇ ਇਹ ਆ ਵੀ ਉੱਤਰਕਾਂਡ ਤੋਂ ਮੈਚ ਹੋਣਾ, ਸਭ ਲਟੇਰੇ ਹੋਣੇ ਆ। ਹੁਣ ਵੇਖੋ ਆਮ ਆਦਮੀ ਪਾਰਟੀ ਨੇ ਕੀ ਕੀਤਾ ਜੀ, 117 ਹਲਕੇ ਜੋ ਸਿਰਫ ਪੁਰਾਣੇ ਉਮੀਦਵਾਰ 29 ਆ ਜਿਹਨੂੰ ਟਿਕਟ ਦਿੱਤੀ ਜੀ। ਚੰਨੀ ਸਾਹਿਬ 44 ਕਹਿ ਰਹੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ 65 ਕਹਿ ਰਹੇ ਨੇ ਜੀ। 65 ਕਹਿ ਰਹੇ ਨੇ। 65 ਜਿਹੜੇ ਦੂਜੀਆਂ ਪਾਰਟੀ ਤੇ ਉਮੀਦਵਾਰ ਲੈ ਕੇ ਟਿਕਟਾਂ ਦਿੱਤੀਆਂ, ਜਿਹੜੇ ਬੰਦੇ ਦੂਜੀਆਂ ਪਾਰਟੀ ਨੂੰ ਡਿਫੰਕ ਕੀਤੇ ਗਏ ਸੀ, ਕਿਸੇ ਦੇ ਕੇਸ ਕੱਢੇ ਗਏ ਸੀ ਜੀ, ਉਹਨਾਂ ਨੂੰ ਲੈ ਕੇ ਟਿਕਟਾਂ ਦਿੱਤੀਆਂ, ਕਿੱਥੋਂ ਭੜੀ ਜਾਣਗੇ? ਬਿਲਕੁਲ। ਅੱਜ ਦੀ ਡੇਟ 'ਚ ਮੈਂ ਤੁਹਾਨੂੰ ਦੱਸ ਦਿਆਂ, ਫਾਰ ਐਗਜ਼ਾਮਪਲ 59 ਬੰਦੇ ਦੀ ਸਰਕਾਰ ਬਣਨੀ ਜੀ। ਇਹ ਕਿਤੇ ਆਮ ਆਦਮੀ ਪਾਰਟੀ ਕੋਲੇ 2 ਵੀ ਘੱਟ ਰਹੇ ਤੇ ਇਹਨਾਂ ਦੇ 20 ਵਹਿ ਭੱਜਣੇ। ਬਿਲਕੁਲ। ਇਹਨਾਂ ਕੋਈ ਕੰਟਰੋਲ ਨਹੀਂ ਹੋਣਾ। ਕਿਆਸ ਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਨੇ, ਕੰਨਗੇ ਨੂੰ ਕੰਟਰੋਲ ਨਹੀਂ ਹੁੰਦਾ, ਤੁਹਾਡਾ ਕੋਈ ਇਤਿਹਾਸ ਗਵਾਵੇਗਾ। ਬਿਲਕੁਲ। ਅਗਲੀ ਗੱਲ ਜਿਹੜੀ ਆ, ਕੇਜਰੀਵਾਲ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ, ਭਗਵੰਤ ਮਾਨ ਤੇ ਨਹੀਂ। ਭਗਵੰਤ ਮਾਨ ਮੋਹਰਾ ਖੜਾ ਕੀਤਾ ਵਾ, ਜੋ ਰੂਲ ਕਰੇਗਾ ਉਹ ਦਿੱਲੀ ਕਰੇਗੀ ਇੱਥੇ। ਅਗਲੀ ਗੱਲ ਹੋਰ ਚੱਲ ਜਾਂਦੇ ਆਪਾਂ ਤੇ ਆਮ ਆਦਮੀ ਪਾਰਟੀ ਦੇ, ਅਸੀਂ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਬਣੇ, ਕੁਛ ਸੁਧਾਰ ਹੋਵੇ, ਜੇ ਕਰ ਸਕਦੇ ਤਾਂ ਚੰਗੀ ਗੱਲ ਕਰਨੀ ਚਾਹੀਦੀ ਹੈ। ਚਲੋ ਦਿੱਲੀ ਦੇ ਵਿੱਚ ਬਹੁਤ ਇਹਨੇ ਕੁਛ ਸੁਧਾਰ ਤੇ ਕੀਤੇ ਨਾ,
ਸਕੂਲਾਂ ਦੇ ਕੀਤੇ, ਹਸਪਤਾਲਾਂ ਦੇ ਕੀਤੇ, ਕੁਛ ਕੀਤੇ। ਅੱਜ ਦੀ ਡੇਟ ਵਿੱਚ ਉਹਨਾਂ ਦਾ ਵੀ ਏਜੰਡਾ ਇਹ ਨਹੀਂ ਹੈਗਾ ਕਿਤੇ ਲਿਖਤੀ ਪੜ੍ਹਤੀ ਵੀ ਤੁਹਾਨੂੰ ਅਸੀਂ ਜਿਹੜੀ ਆ ਫ੍ਰੀ ਐਜੂਕੇਸ਼ਨ ਦੇ ਦਿਆਂਗੇ, ਫ੍ਰੀ ਤੁਹਾਨੂੰ ਸਿਹਤ ਸਹੂਲਤਾਂ ਦੇ ਦਿਆਂਗੇ, ਕਿਉਂਕਿ ਜਿਹੜੇ MLA ਚੁਣ ਕੇ ਆਏ ਨੇ ਉਹਨਾਂ ਦੇ ਆਪਣੇ ਸਕੂਲ ਨੇ, ਆਪਣੇ ਹਸਪੀਟਲ ਜਾਂ ਰਿਸ਼ਤੇਦਾਰਾਂ ਦੇ ਉਹਨਾਂ ਨੇ ਫੰਡ ਦਿੱਤੇ, ਉਹਨਾਂ ਫੰਡ ਲੈ ਕੇ ਇਲੈਕਸ਼ਨ ਲੜੀ, ਉਹ ਕਿਵੇਂ ਬੰਦ ਕਰ ਦੇਣਗੇ ਹਸਪੀਟਲ? ਬਿਲਕੁਲ ਜੀ। 1969 ਦੇ ਵਿੱਚ ਬਕਾਇਦਾ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾਂ ਦੇ ਵਿੱਚ ਇੱਕ ਯੂਨੀਵਰਸਿਟੀ ਬਣੀ ਸੀ ਅੰਮ੍ਰਿਤਸਰ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਤੇ ਇੱਕ ਬਣੀ ਸੀ ਗੁਰੂ ਨਾਨਕ ਹਸਪੀਟਲ ਜੀ। ਉਸ ਗੁਰੂ ਨਾਨਕ ਹਸਪੀਟਲ ਦੇ ਵਿੱਚ ਨਾਰਥ ਇੰਡੀਆ ਤੋਂ ਮਰੀਜ਼ ਆਉਂਦੇ ਸੀ ਇਲਾਜ ਕਰਾਉਣ ਤੇ ਠੀਕ ਹੋ ਕੇ ਜਾਂਦੇ ਸੀ ਜੀ। ਅੱਜ ਉਹ ਖੋਤੀ ਹੱਤਾ ਬਣਿਆ ਪਿਆ ਹਸਪੀਟਲ ਬਿਲਕੁਲ, ਕਿਉਂਕਿ 1980 ਜੋ ਪ੍ਰਾਈਵੇਟ ਹਸਪੀਟਲ ਆ ਗਏ ਤੇ ਫਿਰ ਸਹੀ ਸਰਕਾਰੀ ਹਸਪਤਾਲ ਖਤਮ ਹੁੰਦੇ ਗਏ, ਸਰਕਾਰ ਵੀ ਖਤਮ ਕਰ ਦੇਗੀ ਕਿ ਉੱਥੋਂ ਪੈਸੇ ਮਿਲਦੇ ਸੀ ਪ੍ਰਾਈਵੇਟ ਕੋਲੇ, ਤੇ ਸਰਕਾਰ ਵਿੱਚ ਜਿਹੜੇ ਪੈਸੇ ਫੰਡ ਦੇ ਵਹਿ ਖਾ ਜਾਂਦੇ ਸੀ। ਬਿਲਕੁਲ। ਇਸ ਕਰਕੇ ਮੇਰਾ ਕਹਿਣ ਤੋਂ ਬਾਅਦ ਜਿਹੜੀਆਂ ਸਾਡੀਆਂ ਬੁਨਿਆਦੀ ਸਹੂਲਤਾਂ ਨੇ, ਜਿਹੜੀਆਂ ਬੁਨਿਆਦੀ ਸਾਡੀਆਂ ਮੰਗਾਂ ਉੱਤੇ ਕੋਈ ਪਾਰਟੀ ਜਿਹੜੀ ਗੌਰ ਨਹੀਂ ਫਰਮਾ ਰਹੀ, ਉਹਨੂੰ ਗਾਲਾਂ ਕੱਢ ਰਹੇ, ਉਹਨੂੰ ਚੋਰ ਕਹਿ ਰਹੇ, ਉਹਨੂੰ ਚੋਰ ਕਹਿ ਰਹੇ, ਚੋਰ ਚਾਰ ਕਹਿ ਕੇ ਸਾਰੇ ਮਸੇਰੇ ਭਾਈ ਹੈਗੇ ਨੇ ਜੀ। ਉਹ ਕਦੀ ਉਹ ਆ ਗਿਆ, ਕਦੀ ਉਹ ਆ ਗਿਆ, ਗੱਲਾਂ ਉੱਥੇ ਹੀ ਨਹੀਂ ਟਿਕਣੀਆਂ। ਪੰਜਾਬ ਦਾ ਭਲਾ ਹੋਣਾ ਤੇ ਇਸ ਗੱਲ ਜੀ। ਪੱਟੀ ਸਾਹਿਬ, ਇੱਕ ਮਾਨਾ ਵਾਲਾ ਬੂਥ ਆ ਜਿਹੜਾ ਇਹਨਾਂ ਇਸ ਵਾਰ ਵੋਟਾਂ ਦੇ ਵਿੱਚ ਕਾਫੀ ਚਰਚਾ 'ਚ ਰਿਹਾ ਕਿ ਇੱਕ ਜਿਸਮ ਨੇ ਪਾਈਆਂ 2 ਵੋਟਾਂ, ਇਹ ਕੀ ਪੂਰਾ ਮਾਮਲਾ? ਇਹ ਕਰੀਬ ਜੀ ਅੱਜ ਤੋਂ ਕੋਈ ਮੇਰੇ ਖਿਆਲ 2002 ਕਿ 2004 ਦੀ ਗੱਲ ਆ ਜੀ। 2004 ਦੇ ਵਿੱਚ ਇੱਕ ਦਿੱਲੀ ਦੇ ਹਸਪੀਟਲ ਦੇ ਵਿੱਚ ਇੱਕ ਔਰਤ ਨੇ ਬਕਾਇਦਾ ਤੌਰ ਤੇ ਇੱਕ ਜੋੜੇ ਬੱਚੇ ਨੂੰ ਜਨਮ ਦਿੱਤਾ ਸੀ ਜੀ। ਉਹ ਜੋੜੇ ਬੱਚੇ ਏਦਾਂ ਦੇ ਸੀ ਕਿ ਉਹਨਾਂ ਦੀਆਂ 2 ਲੱਤਾਂ ਸੀ, ਧੜ ਇੱਕ ਸੀ, ਉੱਤੋਂ ਸਿਰ ਵੱਖਰੇ ਵੱਖਰੇ ਸੀ, ਉੱਪਰ ਧੜ ਵੱਖਰੇ, 2 ਦਿਲ, 2 ਸਿਰ, 2 ਸਭ ਵੱਖਰੇ ਸੀ ਜੀ। ਉਹਦਾ ਨਾਂ ਰੱਖਿਆ ਗਿਆ ਸੋਹਣ ਸਿੰਘ ਤੇ ਮੋਹਨ ਸਿੰਘ ਜੀ। ਸੋਹਣਾ ਤੇ ਮੋਹਣਾ। ਉਹਨਾਂ ਦੋਵਾਂ ਨੇ ਬਕਾਇਦਾ ਤੌਰ ਤੇ ਇਲੈਕਟ੍ਰੀਕਲ ਇੰਜੀਨੀਅਰ ਜਿਹੜੀ ਸੀ ਡਿਪਲੋਮਾ ਕੀਤਾ, ਡਿਗਰੀ ਕੀਤੀ, ਤੇ ਉਹਨਾਂ ਨੂੰ PSPL ਨੇ ਜਿਹੜੀ ਬਿਜਲੀ ਬੋਰਡ ਸਾਡਾ, ਉਹਨੇ ਬਕਾਇਦਾ ਤੌਰ ਤੇ ਨੌਕਰੀ ਵੀ ਦਿੱਤੀ ਉਹਨਾਂ ਨੂੰ ਜੀ। 2 ਨੌਕਰੀ ਦੇ ਕੇ ਉਹਨਾਂ ਦੇ ਹੱਥ ਵੀ ਜਿਹੜੇ ਹੈ ਨੇ ਉਹ ਵੱਖ ਵੱਖਰੇ ਨੇ, ਲੇਕਿਨ ਥੱਲੇ ਲੱਤਾਂ ਜਿਹੜੀਆਂ ਉਹ ਬਕਾਇਦਾ ਤੌਰ ਤੇ ਜਿਹੜੀਆਂ ਉਹਨਾਂ ਦੀ ਲੱਤਾਂ ਜਿਹੜੀਆਂ 2 ਹੀ ਨੇ ਜੀ। ਹੁਣ ਉਹਨਾਂ ਦੀਆਂ 2 ਵੋਟਾਂ ਬਣੀਆਂ ਸੀ, ਸੋਹਣੇ ਦੇ ਬਣੇ ਸੀ, ਬੋਨੇ ਦੇ ਬਣੇ ਸੀ ਜੀ। ਉਹਨਾਂ ਦਾ ਧੜ 1 ਤੇ ਵੋਟਾਂ 2। ਬਕਾਇਦਾ ਤੌਰ ਤੇ ਪ੍ਰਸ਼ਾਸਨ ਪਿੰਡਣ ਵਾਲੇ ਆਇਆ, ਉੱਥੋਂ ਉਹਨਾਂ ਨੂੰ ਲੈ ਕੇ ਗਿਆ, ਜਾ ਕੇ ਉਹਨਾਂ ਦੀ ਵੋਟ ਪਾਈ ਜੀ। ਜਦੋਂ ਵੋਟ ਪਾਈ ਤੇ ਦੂਜਾ ਨਾ ਵੇਖਿਓ, ਉਹਨੇ ਇੱਕ ਕੱਪੜੇ ਦੀ ਐਨਕ ਬਣਾਈ, ਮਤਲਬ ਕੱਪੜੇ ਦੀ ਐਨਕ ਬਣਾ ਕੇ ਤੂੰ ਐਨਕ ਲਾਤੀ, ਪਾਈ ਤੂੰ ਐਨਕ ਲਾ ਲੈ ਕੱਪੜੇ ਤੇ, ਤੂੰ ਨਹੀਂ ਵੇਖਣੇ ਵੋਟ ਕਿਹਨੂੰ ਪਾਈ, ਮੈਂ ਦੂਜੇ ਨੂੰ ਕਿਹਾ ਤੂੰ ਲਾ ਲੈ, ਇਹਨੇ ਕਿਤੇ ਵੋਟ ਕਿਹਨੇ ਪਾਈ ਜੀ। ਤੇ DC ਅੰਮ੍ਰਿਤਸਰ ਨੇ ਬਕਾਇਦਾ ਤੌਰ ਤੇ ਉਹਨੂੰ ਸਨਮਾਨਿਤ ਕੀਤਾ, ਭਾਈ ਤੁਸੀਂ ਇਸ ਹਾਲ 'ਚ ਵੋਟ ਪਾਉਣੇ ਜੀ ਆਏ ਨੂੰ ਜੀ। ਔਰ ਉਹਨਾਂ ਪ੍ਰਚਾਰ ਵੀ ਕੀਤਾ ਕਿ ਹਰ ਕੋਈ ਵੋਟ ਪਾਇਓ, ਵੋਟ ਤੁਹਾਡਾ ਹੱਕ ਹੈ, ਤੁਹਾਡਾ ਮਤਦਾਨ, ਜੇ ਲੋਕਤੰਤਰ ਨੂੰ ਮਜ਼ਬੂਤ ਕਰਨਾ ਤੇ ਵੋਟ ਤੁਸੀਂ ਜ਼ਰੂਰ ਪਾਇਓ। ਤੇ ਵੈਸੇ ਤੇ ਬਹੁਤ ਸਾਰੇ ਸਾਡੇ ਹੈਗੇ ਨੇ ਲੋਕ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਅਪਾਜ਼ਾਂ ਨੇ ਵੋਟਾਂ ਪਾਈਆਂ, ਕੁਛ ਜਿਹੜੀ ਵਡੇਰੀ ਉਮਰ ਦੇ ਬੀਬੀਆਂ ਨੇ, ਬੰਦਿਆਂ ਨੇ ਵੋਟਾਂ ਪਾਈਆਂ ਨੇ ਜੀ। ਬਿਲਕੁਲ ਜੀ। ਕਈਆਂ ਨੇ ਆਪਦਾ ਜ਼ਮੀਰ ਮਾਰ ਕੇ ਵੀ ਵੋਟਾਂ ਪਾਈਆਂ ਨੇ ਤੇ ਕਈਆਂ ਨੇ ਜਗਾ ਕੇ ਵੀ ਵੋਟਾਂ ਪਾਈਆਂ ਨੇ। ਬਿਲਕੁਲ ਬਿਲਕੁਲ। ਕਈਆਂ ਨੇ ਸੁੱਤੇ ਹੋਏ ਜ਼ਮੀਰ ਨਾਲ ਪਾਈਆਂ ਨੇ। ਬਿਲਕੁਲ ਸਹੀ ਗੱਲ ਆ। ਪਰ ਇਹ ਇੱਕ ਚਾਨਣ ਮੁਨਾਰਾ ਨੇ, ਇੱਕ ਜਿਸਮ ਨੇ ਪਾਈਆਂ 2 ਵੋਟਾਂ। ਸੋਹਣਾ ਤੇ ਮੋਹਣਾ ਜੀ ਜੀ ਰੋਲ ਮਾਡਲ। ਹੁਣ ਅਗਲੀ ਗੱਲ ਆਉਂਦੀ ਹੈ ਜੀ, ਪੰਜਾਬ ਫਿਰ ਪੱਤਨ ਤੇ ਖੜਾ ਨਜ਼ਰ ਆ ਰਿਹਾ, ਨਹੀਂ ਮਿਲ ਰਿਹਾ ਕਿਸੇ ਵੀ ਪਾਰਟੀ ਨੂੰ ਬਹੁਮਤ। ਤੁਹਾਡਾ ਇਹ ਵਿਚਾਰ ਕੀ ਨੇ ਪੱਟੀ ਸਾਹਿਬ? ਬਦਕਿਸਮਤੀ ਪੰਜਾਬ ਦੀ ਜੀ, ਪੰਜਾਬ ਦੀ ਬਦਕਿਸਮਤੀ ਹੈ। ਜਿਹੜੇ ਸਰਵੇ ਤੁਸੀਂ ਵੇਖ ਲਓ ਪਾਰਲੀਮੈਂਟ ਦੀ, ਜਿਹੜੇ ਸਰਵੇ ਆਏ ਨੇ ਉਹਨਾਂ ਦੇ ਸਰਵੇਆਂ ਵਿੱਚ C ਵੋਟਰ ਜੀ, ਜਿਹੜਾ ਸ਼ੁਰੂ ਤੋਂ ਜਿਹੜਾ ਸੀ ਉਹ ਆਪ ਦੀ ਸਰਕਾਰ ਬਣਾਉਂਦਾ ਰਿਹਾ ਜੀ। ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ 63 ਸੀਟਾਂ ਮਿਲਣਗੀਆਂ, ਕਾਂਗਰਸ ਨੂੰ 45 ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 9 ਮਿਲਣਗੀਆਂ ਜੀ। ਜਿਹੜਾ ਕਿ ABP ਵਾਲਿਆਂ ਦਾ CSDS ਹੈਗਾ ਵਾ ਜੀ, ਉਹ ਕਹਿੰਦਾ ਕਾਂਗਰਸ ਨੂੰ 51 ਮਿਲਣਗੀਆਂ, ਆਪ ਨੂੰ 41 ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਪਲੱਸ ਜਿਹੜੀ ਉਹਦੀ ਨਾ ਬਸਪਾ ਵਗੈਰਾ ਉਹਨੂੰ 23 ਮਿਲਣਗੀਆਂ ਜੀ। BJP ਨੂੰ 2 ਮਿਲਣਗੀਆਂ। ਇਸੇ ਤਰ੍ਹਾਂ ਨਿਊਜ਼ ਐਕਸ MRC ਆ, ਉਹਨਾਂ ਦਾ ਸਰਵੇ ਕਹਿੰਦਾ ਵੀ ਕਾਂਗਰਸ ਨੂੰ 55 ਮਿਲਣਗੀਆਂ ਤੇ ਆਮ ਆਦਮੀ ਪਾਰਟੀ ਨੂੰ 55 ਮਿਲਣਗੀਆਂ ਤੇ 7 ਸਿਰਫ ਸ਼੍ਰੋਮਣੀ ਅਕਾਲੀ ਦਲ ਮਿਲਣਗੀਆਂ ਜੀ। ਜੇ ਹੈਗਾ ਸਾਡਾ ਟੂੜੇ ਚ ਨੱਕਿਆ ਜੀ, ਇਹਨਾਂ ਦਾ ਸਰਵੇ ਲਗਭਗ ਠੀਕ ਹੁੰਦਾ, ਪਰ ਮੈਨੂੰ ਇੱਥੇ ਤੋਂ ਗੜਬੜ ਲੱਗਦੀ ਹੈ। ਇਹਨਾਂ ਦੇ ਕਿ ਕਾਂਗਰਸ ਨੂੰ 54 ਮਿਲਣਗੀਆਂ, ਆਪ ਨੂੰ 54 ਮਿਲਣਗੀਆਂ ਤੇ ਸ਼੍ਰੋਮਣੀ ਅਕਾਲੀ ਦਲ ਲਾਇਸ ਨੂੰ 9 ਮਿਲਣਗੀਆਂ, BJP ਨੂੰ ਕੋਈ ਦਿੰਦੇ ਨਹੀਂ ਜੀ।
ਇਸ ਕਰਕੇ ਇਹ ਜਿਹੜੇ ਸਰਵੇ ਆਏ ਆ, ਜੇ ਸਰਵੇਆਂ ਨੂੰ ਉਧਾਰ ਬਣਾਇਆ ਜਾਵੇ ਤੇ ਫਿਰ ਤੇ ਮੈਂ ਸੋਚਦਾ ਵੀ ਸਰਕਾਰ ਕਿਸੇ ਦੀ ਬਣਨੀ ਤੇ ਫਿਰ ਇਹ ਪੱਤਨ ਦੇਖਣਾ ਪੰਜਾਬ ਜੀ। ਜਦੋਂ ਪੰਜਾਬ ਦੇ ਵਿੱਚ ਕੋਈ ਪਾਪੂਲਰ ਸਰਕਾਰ ਨਾ ਬਣੀ ਤੇ ਫਿਰ ਤੁਸੀਂ ਆਪ ਮਹਿਸੂਸ ਕਰਦੇ ਪੰਜਾਬ ਦੀ ਹਾਲਤ ਕੀ ਹੋਊ। ਜੇ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਂਦਾ ਤੇ ਵਿਕਾਸ ਬਿਲਕੁਲ ਠੱਪ ਜੀ, ਪੁਲਿਸ ਰਾਜ ਹੋਏਗਾ, ਤੁਹਾਨੂੰ ਕੋਈ ਸੁਣਵਾਈ ਨਹੀਂ ਹੋਏਗੀ, ਕੁਝ ਨਹੀਂ ਪੁੱਛੇਗਾ ਕੋਈ, ਕਿਉਂਕਿ ਅੱਗੇ ਵੀ ਅਸੀਂ ਜਿਹੜਾ ਰਾਸ਼ਟਰਪਤੀ ਰਾਜ ਭੁਗਤ ਚੁੱਕੇ ਹਾਂ ਤੇ ਪੰਜਾਬ ਦੇ ਵਿੱਚ ਬਹੁਤ ਜਿਹੜੀ ਜਲਾਲਤ ਹੋਈ ਸੀ ਜੀ। ਇਸ ਕਰਕੇ ਭਾਵੇਂ ਕਿ ਅਮਿਤ ਸ਼ਾਹ ਨੇ ਕਹਿ ਦਿੱਤਾ, ਉਹਨੇ ਕਿਹਾ ਬਿਲਕੁਲ ਗਲਤ ਹੈ, ਕਿਸੇ ਨਾਲ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਊਗਾ, ਆਪੇ ਸਰਕਾਰਾਂ ਬਣਾਉਣਗੇ, ਆਪੇ ਸਭ ਕੁਝ ਕਰਨਗੇ ਜੀ। ਤੋੜ ਫੋੜ ਵੀ ਕਰੀ ਜਾਂਦੇ, ਕੋਈ ਗੱਲ ਨਹੀਂ ਹੋ ਜਾਣਾ ਨਾ ਬੜਾ ਕੁਛ। ਉਹ ਵੀ ਮਹਿਸੂਸ ਕਰਦੇ ਜੇ ਤੁਹਾਨੂੰ 15 ਸੀਟਾਂ ਮਿਲ ਜਾਣ ਇੱਥੋਂ ਤੇ ਫਿਰ ਬੈਲੈਂਸ ਸਾਡੇ ਕੋਲ ਹੋਵੇ ਤੇ 15 ਸੀਟਾਂ ਤੋਂ ਫਿਰ ਆਪਣੀ ਜਿਹੜੀ ਉਹ ਆਪਣੇ ਜਿਹੜੇ ਅਸੀਂ ਜਿਹੜੀ ਉਹਨਾਂ ਨੂੰ ਨਚਾਈਏ ਨਾ ਮੁੱਖ ਪਾਰਟੀਆਂ ਨੂੰ ਜੀ, तो कांग्रेस की सपोर्ट तो कर नहीं सकते, आप दी सपोर्ट कर सकती है, कांग्रेस से आप इकट्ठी हो सकती है क्योंकि 2013 ਤੁਹਾਨੂੰ ਪਤਾ ਜਦੋਂ 28 ਸੀਟਾਂ ਆਈਆਂ ਸੀ 17 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ 8 ਸੀਟਾਂ ਬਕਾਇਦਾ ਤੌਰ ਤੇ ਕਾਂਗਰਸ ਦੀਆਂ ਸੀਗੀਆਂ ਜੀ, 32 ਸੀਟਾਂ ਬੀਜੇਪੀ ਦੀਆਂ ਸੀਗੇ ਤੇ ਬਕਾਇਦਾ ਤੌਰ ਤੇ ਉਸ ਟਾਈਮ ਤੇ ਕਾਂਗਰਸ ਨੇ ਸਿੱਧੀ ਜਾ ਕੇ ਗਵਰਨਰ ਕੋਲ ਸਪੋਰਟ ਕਰਤੀ ਸੀ ਕਿ ਅਸੀਂ ਇਹਨੂੰ ਸਪੋਰਟ ਕਰਦੇ ਜੀ। ਤੇ ਸਰਕਾਰ ਬਣੀ ਸੀ ਤੇ ਮੇਰੇ ਕੋਲ 49 ਦੀ ਸਰਕਾਰ ਚੱਲੀ ਸੀ ਤੇ ਉਦੋਂ ਬੀਜੇਪੀ ਨੇ ਕਿਹਾ ਸੀ 147 ਤੇ ਸੁਣੀ ਤੇ 149 ਪਹਿਲੀ ਵਾਰੀ ਸੁਣੀ ਸੀ ਜੀ। ਜਦੋਂ ਦੁਬਾਰਾ ਚੋਣ ਹੋਈ 2015 ਦੇ ਵਿੱਚ ਫਿਰ ਉਹ 67 ਸੀਟਾਂ ਖੜੀਆਂ ਉਹਨਾਂ ਨੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੇ 3 ਸੀਟਾਂ ਬੀਜੇਪੀ ਨੂੰ ਮਿਲੀਆਂ ਤੇ 0 ਮਿਲੀ ਕਾਂਗਰਸ ਪਾਰਟੀ ਨੂੰ ਜੀ। 2020 ਦੇ ਵਿੱਚ ਵੀ ਉਹੀ 62 ਸੀਟਾਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਤੇ 8 ਸੀਟਾਂ ਜਿਹੜੇ ਸੀ ਉਹ ਬੀਜੇਪੀ ਨੂੰ ਮਿਲੀਆਂ। ਬਿਲਕੁਲ ਜੀ। ਇਸ ਕਰਕੇ ਜਿਹੜਾ ਮੈਂ ਮਹਿਸੂਸ ਕਰਦਾ ਵੀ ਅਮਿਤ ਸ਼ਾਹ ਦਾ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਨਹੀਂ ਕਰਾਂਗੇ, ਸਰਕਾਰ ਬਣੂਗੀ ਕਿਸੇ ਨੇ ਕਿਸੇ ਕੋਈ ਗੱਲ ਨਹੀਂ, ਅਸੀਂ ਤੇ ਕਹਿੰਦੇ ਜਿਹਦੀ ਵੀ ਬਣੇ। ਵੈਸੇ ਤੇ ਪੰਜਾਬ ਦਾ ਇਤਿਹਾਸ ਰਿਹਾ 1972 ਤੋਂ ਲੈ ਕੇ ਅੱਜ ਤੱਕ ਜੀ ਕਦੀ ਵੀ ਇੱਥੇ ਹੰਗ ਗਵਰਨਮੈਂਟ ਨਹੀਂ ਬਣੀ ਜੀ। ਇੱਥੋਂ ਦੇ ਲੋਕਾਂ ਨੇ ਜਿਹਦੇ ਹੱਕ ਚ ਦਿੱਤਾ ਮੈਂਡੇਟ ਜਿਹੜਾ ਵਾ ਬਿਲਕੁਲ ਫੁੱਲ ਫੁੱਲ ਦਿੱਤਾ, ਉਹਦੀ ਸਰਕਾਰ ਬਣੀ ਹੈ। ਬਿਲਕੁਲ ਜੀ। ਇੱਕ ਸਰੋਤਾ 1997 ਦੇ ਵਿੱਚ ਜਿਹੜੀਆਂ ਸੀ ਬਕਾਇਦਾ ਤੌਰ ਤੇ 93+ ਸੀਟਾਂ ਸੀ ਬੀਜੇਪੀ ਦੇ ਤੇ ਭਾਜਪਾ ਦੀ ਆਪਣੀ ਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ, 14 ਕਾਂਗਰਸ ਮਿਲੀਆਂ ਸੀ ਤੇ ਅਦਰ ਸਾਰੇ 10 ਲੈ ਕੇ ਗਏ ਸੀਗੇ ਤੇ 2002 ਦੇ ਵਿੱਚ 44 ਸੀਟਾਂ ਮਿਲੀਆਂ ਸੀ ਇਹਨਾਂ ਨੂੰ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤੇ 62 ਮਿਲੀਆਂ ਸੀ ਕਾਂਗਰਸ ਮਿਲੀਆਂ ਸੀ ਤੇ 11 ਜਿਹੜੇ ਅਦਰ ਲੈ ਕੇ ਗਏ ਸੀਗੇ ਜੀ। 2007 ਦੇ ਵਿੱਚ ਬਕਾਇਦਾ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਮਿਲੀਆਂ ਸੀ 67 ਸੀਟਾਂ ਜੀ ਤੇ ਉਲਟ ਹੋ ਗਿਆ ਸੀ ਫਿਰ 2007 ਵਾਲਾ 2002 ਵਾਲਾ 44 ਮਿਲੀਆਂ ਸੀ ਬਕਾਇਦਾ ਤੌਰ ਤੇ ਕਾਂਗਰਸ ਨੂੰ ਤੇ 5 ਮਿਲੀਆਂ ਸੀ ਆਦਰਸ਼ ਨੂੰ ਜੀ। 2012 ਦੇ ਵਿੱਚ 68 ਸੀਟਾਂ ਮਿਲੀਆਂ ਸੀ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਨੂੰ ਤੇ 46 ਸੀਟਾਂ ਮਿਲੀਆਂ ਸੀ ਕਾਂਗਰਸ ਨੂੰ, 3 ਮਿਲੀਆਂ ਸੀ ਆਦਰ ਨੂੰ ਜੀ। 2017 ਦੇ ਵਿੱਚ ਫਿਰ ਅਕਾਲੀ ਭਾਜਪਾ 18 ਸਿਮਟ ਕੇ ਰਹਿ ਗਿਆ ਸੀ ਤੇ 77 ਕਾਂਗਰਸ ਮਿਲੀਆਂ ਤੇ 20 ਸੀਟਾਂ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਲੈ ਕੇ ਗਏ ਸੀਗੇ ਤੇ 2 ਸੀਟਾਂ ਜਿਹੜੀਆਂ ਉਹ ਤੁਹਾਨੂੰ ਲੋਕ ਇਨਸਾਫ ਪਾਰਟੀ ਉਹ ਦੋਵੇਂ ਭਰਾ ਲੈ ਕੇ ਗਏ ਸੀ ਜੀ। ਇਸ ਕਰਕੇ ਜਿਹਦੇ ਹੱਕ ਦੀ ਮੈਂਡੇਟ ਤਾਂ 1972 ਤੋਂ ਲੈ ਕੇ ਜੀ ਪੂਰਾ ਦਿੱਤਾ ਵਾ। ਐਸੀ ਵੀ ਉਮੀਦ ਆ ਵੀ ਭਾਵੇਂ ਸਾਡੀਆਂ ਇਤਿਹਾਸ ਨੇ ਜੋ ਮਰਜ਼ੀ ਹੋਣ ਕਿਸੇ ਨਾ ਕਿਸੇ ਪਾਰਟੀ ਨੂੰ ਬਹੁਮਤ ਮਿਲ ਹੀ ਜਾਏਗਾ ਜੀ। ਇੱਕ ਸਰੋਤਾ ਸਾਡੇ ਨਾਲ ਨੇ ਜੀ, ਵੇਖਦੇ ਕੀ ਕਹਿਣਾ ਚਾਹੁੰਦੇ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਹੈਲੋ ਜੀ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੀਤਮ ਜੀ ਹੈਲੋ, ਲੱਗਦਾ ਪ੍ਰੀਤਮ ਜੀ ਤੱਕ ਸਾਡੀ ਆਵਾਜ਼ ਜਿਹੜੀ ਹੈ ਉਹ ਨਹੀਂ ਪਹੁੰਚ ਰਹੀ ਤੇ ਵੇਖਦੇ ਹਾਂ ਇੱਕ ਵਾਰ ਫੇਰ ਕੋਸ਼ਿਸ਼ ਕਰਕੇ। ਪ੍ਰੀਤਮ ਜੀ ਸਾਨੂੰ ਸੁਣ ਪਾ ਰਹੇ ਹੋ? ਸ਼ਾਇਦ ਪ੍ਰੀਤਮ ਜੀ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਪਹੁੰਚ ਰਹੀ ਸੀ। ਪੱਟੀ ਸਾਹਿਬ, ਰੁੱਖ ਕਰਦੇ ਹਾਂ ਉੱਤਰ ਪ੍ਰਦੇਸ਼ ਦਾ। ਉੱਤਰ ਪ੍ਰਦੇਸ਼ ਵਿੱਚ ਅਵਾਰਾ ਪਸ਼ੂਆਂ ਦਾ ਮਾਮਲਾ ਕਹਿੰਦੇ ਭਾਜਪਾ ਲਈ ਪੈ ਸਕਦਾ ਭਾਰੂ, ਕੀ ਕਹਿਣਾ ਚਾਹੋਗੇ? ਵੇਖੋ ਜੀ, ਜਿਹੜੀ ਉੱਤਰ ਪ੍ਰਦੇਸ਼ੀ ਭਾਜਪਾ ਦੀ ਅਵਾਰਾ ਪਸ਼ੂਆਂ ਦੀ ਗੱਲ ਕਰਦੇ, ਵਾਕਈ ਸੰਗੀਨ ਮਾਮਲਾ, ਬਹੁਤ ਜ਼ਿਆਦਾ ਸੀਰੀਅਸ ਮਾਮਲਾ ਉੱਥੇ। ਕਿਉਂਕਿ ਪਹਿਲਾਂ ਕੀ ਹੁੰਦਾ ਸੀ ਵੀ ਲੋਕ ਆਪਣੇ ਵਾਸਤੇ ਰੱਖਦੇ ਹੁੰਦੇ ਸੀ, ਖੇਤਾਂ ਦੇ ਵਿੱਚ ਆਪਣੇ ਸਿਰੀ ਰੱਖਦੇ ਸੀ ਸਿਰਫ ਤੇ ਸਿਰਫ ਕੰਮ ਕਰਨ ਵਾਸਤੇ। ਹੁਣ ਉਹਨਾਂ ਨੂੰ ਸਿਰੀ ਭਰਤੀ ਕਰਨੇ ਪੈ ਰਹੇ ਬਕਾਇਦਾ ਤੌਰ ਤੇ ਜਿਹੜਾ ਸੀਗਾ ਉਹ ਪਸ਼ੂ ਰੋਕਣ ਵਾਸਤੇ ਜੀ। ਜਿਹੜੇ ਵੱਡੇ ਜ਼ਿਮੀਂਦਾਰ ਉਹਨਾਂ ਤੋਂ ਉੱਥੇ ਤਾਰਾਂ ਲਾ ਲਈਆਂ
ਜੀ ਤਾਰਾਂ ਲਾ ਕੇ ਬਕਾਇਦਾ ਤੌਰ ਤੇ ਉਹਨਾਂ ਦੇ ਵਿੱਚ ਕਰੰਟ ਵੀ ਥੋੜਾ ਥੋੜਾ ਛੱਡਤਾ ਵੀ ਜਿਹਦੇ ਨਾਲ ਜੇ ਕੋਈ ਪਸ਼ੂ ਆ ਕੇ ਟਕਰਾਉਂਦਾ ਤੇ ਉਹ ਕੁਝ ਸਮੇਂ ਦੀ ਬੇਹੋਸ਼ ਹੋ ਕੇ ਡਿੱਗ ਪਏ 2 ਘੰਟੇ ਤੇ ਕੋਈ ਗੱਲ ਨਹੀਂ ਫਸਲ ਨਾ ਚਲੇ। ਜਿਹੜੇ ਛੋਟੇ ਕਿਸਾਨ ਉਹਨਾਂ ਕੋਲ ਫੁਰਸਤ ਨਹੀਂ, ਉਹਨਾਂ ਦੀ ਜਿਹੜੀ ਫਸਲ ਉਹ 12 ਪਸ਼ੂ ਉਜਾੜ ਰਹੇ ਨੇ ਜੀ। ਉੱਥੇ ਵੱਡੇ ਵੱਡੇ ਸਾਨੂ ਤੁਰੇ ਫਿਰਦੇ, ਅਵਾਰਾ ਗਾਵਾਂ ਤੁਰੇ ਫਿਰਦੇ, ਬਾਕੀ ਪਸ਼ੂ ਤੁਰੇ ਫਿਰਦੇ। ਪੰਜਾਬ 'ਚ ਪ੍ਰੋਬਲਮ ਹੈਗੀ ਹੈ, ਪੰਜਾਬ ਦੇ ਵਿੱਚ ਵੀ ਪ੍ਰੋਬਲਮ ਹੈਗੀ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਲੋਕ ਜਿਹੜੇ ਆ ਉਹ ਬਕਾਇਦਾ ਤੌਰ ਤੇ ਰਾਜਸਥਾਨ ਤੋਂ ਘੋੜਿਆਂ ਤੇ ਆਉਂਦੇ ਨੇ, ਰਾਖੇ ਉਹ ਲੈਂਦੇ ਪੀਂਦੇ ਪੈਸੇ ਸਾਨੂੰ ਦੇ ਦਿਓ, ਤੁਹਾਡੀ ਫਸਲ ਦੀ ਰਾਖੀ ਸੀ ਕਰਦੇ ਜੀ। ਇਸ ਕਰਕੇ ਉੱਥੇ ਬੜੀ ਅਵਾਰਾ ਜਿਹੜੀ ਆ ਨਾ ਉਹ ਬੜੀ ਜਿਹੜੀ ਆ, ਤੇ ਉੱਥੇ ਉਹਦੇ ਤੇ ਟਿੱਪਣੀ ਕੀਤੀ ਸੀ ਕਿ ਇਹ ਜਿਹੜੀ ਪੰਜਾਬ ਦੇ ਦਿੱਲੀ ਯੂਪੀ ਦੇ ਵੋਟਰ ਨੇ ਇਸ ਵੇਲੇ ਯੂਪੀ ਦੀ ਚੋਣ ਆ ਉਹ ਭਾਜਪਾ ਦੀ 440 ਵੋਟ ਦਾ ਕਰੰਟ ਆ। ਬੇਸਿਕਲੀ ਅਖਿਲੇਸ਼ ਯਾਦਵ ਨੇ ਉੱਥੇ ਟਿੱਪਣੀ ਕੀਤੀ ਹੈ ਵੀ ਜਿਸ ਤਰ੍ਹਾਂ ਪਸ਼ੂ ਬਦਹੋਸ਼ ਹੁੰਦੇ ਆ ਨਾ, ਉਹਦਾ ਬੀਜੇਪੀ ਦੇ ਬਦਹੋਸ਼ ਇੱਥੇ ਹੋ ਰਹੇ ਨੇ। ਹੁਣ ਇਹ ਹਾਲਤ ਬਣ ਚੁੱਕੀ ਹੈ। ਉੱਥੇ ਬਕਾਇਦਾ ਤੌਰ ਤੇ ਉਹ ਕਹਿੰਦੇ ਜੀ 570 ਕਰੋੜ ਰੁਪਇਆ ਅਸੀਂ ਖਰਚਿਆ, ਗਊ ਬਣੀਆਂ। ਤੂੰ ਕਹਿੰਦੇ ਕਿੱਥੇ ਦੇ ਹੋ ਜੀ? ਲੋਕ ਪੁੱਛਦੇ ਕਿੱਥੇ ਦੇ 570 ਕਰੋੜ ਖਰਚਿਆ। ਤੇ ਬਕਾਇਦਾ ਤੌਰ ਤੇ ਅਖਿਲੇਸ਼ ਯਾਦਵ ਦਾਅਵਾ ਕਰ ਰਹੇ ਕਿ ਅਵਾਰਾ ਪਸ਼ੂਆਂ ਦੀ ਬਹੁਤ ਵੱਡੀ ਪ੍ਰੋਬਲਮ ਆ, ਤੁਸੀਂ ਸਾਡੀ ਸਰਕਾਰ ਬਣਾਓ, ਅਸੀਂ ਪਹਿਲੇ ਹਫ਼ਤੇ ਦੇ ਵਿੱਚ ਹੀ ਇੱਥੇ ਇਹਨਾਂ ਦੇ ਪ੍ਰਬੰਧ ਕਰਾਂਗੇ ਤਾਂ ਕਿ ਇਹਨਾਂ ਨੂੰ ਕਿਤੇ ਕਿਤੇ ਅਸੀਂ ਆਸਤੇ ਬਣਾ ਕੇ ਉੱਥੇ ਰੱਖੇ ਜਾਣਗੇ, ਉੱਥੇ ਪੱਠੇ ਵੀ ਪਾਵਾਂਗੇ, ਸਭ ਕੁਝ ਕਰਾਂਗੇ। ਇਹਨਾਂ ਨੂੰ ਸਰਕਾਰ ਆਪਣੇ ਲੈਵਲ ਤੇ ਕਰੂਗੀ। ਔਰ ਜਿਹੜੀਆਂ ਚੋਣਾਂ ਅੱਜ ਹੋ ਰਹੀਆਂ ਸੀ ਬਕਾਇਦਾ ਤੌਰ ਤੇ ਉੱਥੇ 24 ਹਲਕੇ ਉਹ ਨੇ ਜਿੱਥੇ ਸਰਦਾਰਾਂ ਦੀ ਸਿੱਖ ਕਿਸਾਨਾਂ ਦੀ ਬੜੀ ਵੋਟ ਹੈਗੀ ਜੀ। ਇਸ ਕਰਕੇ ਉਹ ਵਾਰਾ ਪਸ਼ੂ ਤੋਂ ਬਹੁਤ ਤੰਗ ਨੇ। ਉਹ ਵੀ ਜਿਹੜੀ ਇੱਕ ਸਿਰਦਰਦੀ ਬਣਿਆ ਪਿਆ ਬੀਜੇਪੀ ਵਾਸਤੇ, ਤੇ ਬੀਜੇਪੀ ਨੂੰ ਰਾਹ ਨਹੀਂ ਲੱਭਦਾ ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ। ਇਸ ਕਰਕੇ ਵਾਰਾ ਪਸ਼ੂ ਮੈਂ ਕਦੇ ਯੂਪੀ ਦੀ ਗੱਲ ਨਹੀਂ ਕਰਦਾ, ਪੰਜਾਬ 'ਚ ਵੀ ਪ੍ਰੋਬਲਮ ਹੈ। ਪੰਜਾਬ ਦੇ ਲੋਕਾਂ ਨੇ ਇਹਦੇ ਵਾਸਤੇ ਕੁਛ ਨਹੀਂ ਕੀਤਾ। ਗਰੰਟਾਂ ਦਿੱਤੀਆਂ ਪਈਆਂ, ਦੇਖੋ ਜੀ ਤਹਿਸੀਲ ਲੈਵਲ ਤੇ ਬਣਾ ਦਿਓ, ਬਲਾਕ ਲੈਵਲ ਤੇ ਬਣਾ ਦਿਓ, ਜ਼ਮੀਨ ਦੇ ਦਿਓ ਜੀ, ਲੇਕਿਨ ਗਰਾਊਂਡ ਲੈਵਲ ਤੇ ਕੱਖ ਨਹੀਂ ਅਜੇ ਤੱਕ ਹੋਇਆ। ਕਿਉਂਕਿ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਜੀ, ਇਹ ਦੋ ਚੀਜ਼ਾਂ ਪੰਜਾਬ ਦੀ ਬਹੁਤ ਵੱਡੀ ਪ੍ਰੋਬਲਮ ਆ। 2005 ਦੇ ਵਿੱਚ ਬਕਾਇਦਾ ਤੌਰ ਤੇ ਅੰਮ੍ਰਿਤਸਰ ਨਗਰ ਨਿਗਮ ਨੂੰ ਗ੍ਰਾਂਟ ਮਿਲੀ ਸੀ ਵੀ ਤੁਸੀਂ ਇੱਕ ਹਾਤਾ ਬਣਾਓ 2 ਏਕੜ ਜ਼ਮੀਨ ਦੇ ਵਿੱਚ ਜਿੱਥੇ ਕੁੱਤੇ ਸਾਰੇ ਫੜ ਕੇ ਬੰਦ ਕਰ ਦਿਓ ਜੀ। ਲੇਕਿਨ ਅੱਜ ਉਹ ਹਾਤਾ ਬਣਦਾ ਵਾ, ਅੱਜ ਉਹ ਡੌਗ ਪਲੇਸ ਬਣਦਾ, ਕੁਛ ਨਹੀਂ ਬਣਿਆ, ਨਾ ਕੁਛ ਹੁੰਦਾ, ਨਾ ਗੱਲ ਨਾ ਕੀ ਬਾਤ। ਇਸ ਕਰਕੇ ਜਿਹੜਾ ਫੰਡ ਕਿੱਥੇ ਜਾਂਦੇ ਤੇ ਪਤਾ ਕੋਈ ਨਹੀਂ ਲੱਗਦਾ। ਤੇ ਯੂਪੀ ਦੇ ਵਿੱਚ ਜਿਹੜਾ ਵਾ ਜਿੱਥੇ ਬਾਕੀ ਮੁੱਦੇ ਹੈਗੇ ਆ, ਇੱਕ ਮੁੱਦਾ ਹੋਰ ਉਹ ਰਹਿ ਗਿਆ ਜਿਹੜਾ ਬੀਜੇਪੀ ਦੀ ਉੱਥੇ ਸਿਰਦਰਦੀ ਬਣ ਰਿਹਾ ਜੀ। ਇੱਕ ਹੋਰ ਸਰੋਤਾ ਸਾਡੇ ਨਾਲ ਨੇ, ਵੇਖਦੇ ਆ ਕੀ ਕਹਿਣਾ ਚਾਹੁੰਦੇ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸਮਾਧਾਨ ਦੇ ਵਿੱਚ। ਫੋਨ ਕਾਲ ਕੱਟਿਆ ਗਿਆ ਜੀ। ਫੋਨ ਕਾਲ ਬਿਲਕੁਲ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਅਗਲੀ ਗੱਲ ਆਉਂਦੀ ਹੈ ਜੀ ਫਿਰ ਉੱਥੇ ਹੀ ਕਿ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਛਾਇਆ ਹਨੇਰਾ ਜੀ। ਇਹਦੇ ਕੀ ਕਾਰਨ ਸਨ ਜੀ? ਵੇਖੋ ਜੀ, ਚੰਡੀਗੜ੍ਹ ਦੇ ਵਿੱਚ ਜਿਹੜੀ ਉੱਥੇ ਇਹਨਾਂ ਦਾ ਬਿਜਲੀ ਵਿਭਾਗ ਆ ਉਹਦੇ ਵਿੱਚ ਟੋਟਲ 1100 ਮੁਲਾਜ਼ਮ ਆ ਜੀ, ਜਿਹਦੇ ਵਿੱਚ 650 ਪੱਕੇ ਮੁਲਾਜ਼ਮ, 400 ਦੇ ਕਰੀਬ ਜਿਹੜੇ 450 ਜਿਹੜੇ ਉਹ ਆਊਟਸੋਰਸ ਮੁਲਾਜ਼ਮ ਨੇ। ਹੁਣ ਇਹਨਾਂ ਨੇ ਕੀ ਕੀਤਾ ਵੀ ਬਕਾਇਦਾ ਤੌਰ ਤੇ ਉਹ ਜਿਹੜਾ ਬਿਜਲੀ ਮਹਿਕਮਾ ਇਹਨਾਂ ਦਾ ਹੈਗਾ ਉਹਨੂੰ ਪ੍ਰਾਈਵੇਟ ਕਰਨ ਦਾ ਸੋਚ ਲਿਆ ਇਹਨਾਂ ਨੇ। ਉਹਨਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਕਿ ਅਸੀਂ ਪ੍ਰਾਈਵੇਟ ਮਹਿਕਮੇ ਦੀ ਸਪਲਾਈ ਪ੍ਰੋਪਰ ਦੇ ਰਹੇ, ਸਾਡੀ ਕੋਈ ਸ਼ਿਕਾਇਤ ਨਹੀਂ, ਕੋਈ ਗੱਲ ਨਹੀਂ ਬਾਨੀ, ਤੁਸੀਂ ਪ੍ਰਾਈਵੇਟ ਨਹੀਂ ਕਰ ਸਕਦੇ, ਲੇਕਿਨ ਸਰਕਾਰ ਦੀ ਪਾਲਿਸੀ ਪ੍ਰਾਈਵੇਟ ਕਰਨਾ। ਅੱਜ ਰਾਤ ਤੋਂ ਜਿਹੜੀ ਆਪਣੀ ਲੰਘੀ ਰਾਤ ਦੇ 12 ਵਜੇ ਉਹਨਾਂ ਸਾਰੇ ਜਿਹੜੇ ਆਪਣੇ ਪਾਵਰ ਹਾਊਸ ਸੀ ਸਭ ਆਪਣੇ ਸਿਰ ਥੱਲੇ ਸੁੱਟਦੇ ਨੇ ਜੀ। ਸਾਰੇ ਮੁਲਾਜ਼ਮ ਹੜਤਾਲ ਤੇ ਬੈਠੇ ਨੇ। ਹੜਤਾਲ ਤੇ ਬਹਿਣ ਤੋਂ ਚੰਡੀਗੜ੍ਹ 'ਚ ਕਾਫੀ ਪ੍ਰੋਬਲਮ ਬਿਜਲੀ ਆ ਰਹੀ ਹੈ ਜੀ। ਅਜੇ ਤੱਕ ਉਹਨਾਂ ਦਾ ਕੋਈ ਫੈਸਲਾ ਨਹੀਂ ਹੋਇਆ। ਲੋਕੀ ਪਾਣੀ ਤੋਂ ਵੀ ਦਿੱਕਤ, ਬਿਜਲੀ ਤੋਂ ਸਰ ਗਿਆ, ਗਰਮੀਆਂ ਸਿਆਲ ਹੈਗਾ ਵਾ, ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਹੈ ਜੀ। ਲੋਕ ਪਰੇਸ਼ਾਨ ਨੇ, ਪ੍ਰਸ਼ਾਸਨ ਨੇ ਕੁਝ ਕੀਤਾ ਨਹੀਂ ਅਜੇ ਤੱਕ। ਹੁਣ ਉਹਨਾਂ ਦੇ ਨਾਲ ਅੱਜ ਬਾਕੀ ਜਿਹੜੇ ਵਿਭਾਗ ਸੀ ਉਹਨਾਂ ਜਥੇਬੰਦੀਆਂ ਉਹ ਵੀ ਆ ਗਈਆਂ ਨੇ। ਉਹਨਾਂ ਨੂੰ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਭਾਈ ਅਸੀਂ ਉਦੋਂ ਤੱਕ ਸਾਡਾ ਕੰਮ ਜਾਰੀ ਰਹੂਗਾ ਜਦੋਂ ਤੱਕ ਸਾਨੂੰ ਲਿਖਤੀ ਤੌਰ ਤੇ ਦੇ ਦਿੰਦੇ ਨਹੀਂ ਵੀ ਅਸੀਂ ਬਿਲਕੁਲ ਇਹਨੂੰ ਪ੍ਰਾਈਵੇਟ ਨਹੀਂ ਕਰਾਂਗੇ। ਪ੍ਰਾਈਵੇਟ ਕਰਕੇ ਉਹ ਕਹਿੰਦੇ ਕੌਡੀਆਂ ਦੇ ਭਾਅ ਜਿਹੜੀ ਸਰਕਾਰੀ ਸੰਪਤੀ ਜਿਹੜੀ ਆ ਉਹ ਆਪਣੇ ਬੰਦਿਆਂ ਨੂੰ ਦਿੱਤੀ ਜਾ ਰਹੀ ਹੈ, ਪਰ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ। ਹੁਣ ਚੰਡੀਗੜ੍ਹ ਜਿਹਨੂੰ ਕਹਿੰਦੇ ਸੀ ਬਿਊਟੀਫੁਲ ਸਿਟੀ ਜਿਹੜਾ ਬੇਹਾਲ ਹੋਇਆ ਪਿਆ ਇਸ ਵੇਲੇ ਜੀ, ਬਿਊਟੀਫੁਲ ਸਿਟੀ ਹੋਵੇ ਉੱਥੇ ਇਹ ਹਾਲ ਹੋਵੇ ਤੇ ਫਿਰ ਪ੍ਰਸ਼ਾਸਨ ਕਿੱਥੇ ਸੁੱਤਾ ਤੇ ਸਰਕਾਰ ਕਿੱਥੇ ਸੁੱਤੀ ਹੈ। ਤੇ ਅਗਲੇ ਬੈਠੇ ਨੇ ਧਰਨਾ ਲਾ ਕੇ
ਤੇ ਲਾਈਟ ਬੰਦ ਆ, ਇੱਥੋਂ ਤੱਕ ਕਿ ਟ੍ਰੈਫਿਕ ਲਾਈਟਾਂ ਬਹੁਤ ਸਾਰੀਆਂ ਬੰਦ ਹੋ ਗਈਆਂ ਨੇ। ਉਹ ਵੀ ਦਿੱਕਤ ਆ ਰਹੀ ਲੋਕਾਂ ਨੂੰ ਉੱਥੇ ਜੀ। ਸਰਹੱਦੀ ਖੇਤਰ ਚੋਂ ਰੂਸੀ ਲੜਕੀ ਫੜੀ ਜਾਂਦੀ ਹੈ, ਜੇਲ੍ਹ ਭੇਜ ਦਿੱਤਾ ਜਾਂਦਾ ਜੀ, ਕੀ ਹੈ ਪੂਰਾ ਮਾਮਲਾ ਭੱਟੀ ਸਾਹਿਬ? ਬਕਾਇਦਾ ਜੀ ਇਹ ਰਾਜਾਸਾਂਸੀ ਖੇਤਰ ਦੀ ਲੜਕੀ ਸੀ, ਉਹਨੂੰ ਸ਼ੱਕ ਪਿਆ ਵੀ ਲੜਕੀ ਇੱਥੇ ਕਿਉਂ ਤੁਰੀ ਫਿਰਦੀ ਹੈ, ਤੇ ਬਕਾਇਦਾ ਤੌਰ ਤੇ ਜਦੋਂ ਪੁੱਛਿਆ ਤਾਂ ਉਹਨੇ ਦੱਸਿਆ ਕਿ ਮੈਂ ਰਸ਼ੀਅਨ ਲੜਕੀ ਹੈ। ਉਹਦੇ ਕੋਲ ਕੋਈ ਪਾਸਪੋਰਟ ਨਹੀਂ ਮਿਲਿਆ, ਕੋਈ ਡਾਕੂਮੈਂਟਸ ਨਹੀਂ ਮਿਲਿਆ। ਹੁਣ ਬਕਾਇਦਾ ਤੌਰ ਤੇ ਉਹਨੂੰ ਗ੍ਰਿਫਤਾਰ ਕਰਕੇ ਤੇ ਮੁਕੱਦਮਾ ਦਰਜ ਕਰਕੇ ਅਦਾਲਤ ਪੇਸ਼ ਕੀਤਾ ਤੇ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਜੀ। ਹੁਣ ਜਿਹੜਾ ਵੀ ਆਪਣਾ ਉਹ ਐਡਰੈਸ ਦੇਊਗੀ, ਉੱਥੋਂ ਦੀ ਜਿਹੜੀ ਅੰਬੈਸੀ ਹੈ, ਰਸ਼ੀਅਨ ਅੰਬੈਸੀ, ਉਹਨੂੰ ਇਨਫੋਰਮ ਕਰਨਗੇ, ਉਹ ਆਊਗੀ, ਉਹ ਇੱਥੋਂ ਤੋਂ ਲੈ ਕੇ ਐਡਰੈਸ ਫਿਰ ਜਾ ਕੇ ਉੱਥੇ ਪਤਾ ਕਰੇਗੀ ਵਾਕਿਆ ਉਹਦੀ ਸਿਟੀਜ਼ਨ ਹੈਗੀ ਕਿ ਨਹੀਂ ਹੈਗੀ। ਹਾਲ ਦੀ ਕਿਹੜੀ ਤਾਂ ਉਹਦੇ ਕਹਿਣ ਦੇ ਮੁਤਾਬਕ ਮੈਂ ਰਸ਼ੀਅਨ ਹਾਂ ਜੀ। ਰਸ਼ੀਅਨ ਕੁੜੀਆਂ ਕਾਫੀ ਆਉਂਦੀਆਂ ਨੇ ਇੰਡੀਆ ਦੇ ਵਿੱਚ, ਨਹੀਂ ਗੱਲ ਕਈ ਕੁਛ ਕਰਦੀਆਂ ਇੱਥੇ ਆ ਕੇ ਜੀ। ਇਹ ਕੁੜੀ ਵੀ ਜਿਹੜੀ ਆ ਇਹ ਰਸ਼ੀਅਨ ਸੀ, ਫੜ ਕੇ ਜੇਲ੍ਹ ਭੇਜ ਦਿੱਤੀ ਆ, ਅਗਲੀ ਪੜਤਾਲ ਜਾਰੀ ਨੇ ਜੀ। ਮੌਤ ਤੋਂ ਬਾਅਦ 4 ਨੂੰ ਨਵੀਂ ਜ਼ਿੰਦਗੀ ਦੇ ਗਿਆ ਇੱਕ ਨੌਜਵਾਨ ਜੀ, ਹਸਪਤਾਲ ਦੇ ਗਾਰਡਾਂ ਨੇ ਦਿੱਤੀ ਗਾਰਡ ਆਫ ਆਨਰਸ। ਇਹ ਬਕਾਇਦਾ ਤੌਰ ਤੇ ਸੁਨੀਲ ਨਾਂ ਦਾ ਬੰਦਾ ਜੀ, ਇਹਦੀ ਉਮਰ 28 ਸਾਲ ਹੈਗੀ ਜੀ। ਇਹ ਬੰਦਾ ਰਾਜਸਥਾਨ ਦੇ ਵਿੱਚ ਜਾ ਰਿਹਾ ਸੀ ਤੇ ਪਿੱਛੋਂ ਆ ਕੇ ਇੱਕ ਕਾਰ ਨੇ ਇਹਨੂੰ ਟੱਕਰ ਮਾਰੀ ਤੇ ਇਹ ਉੱਥੇ ਡਿੱਗ ਪਿਆ ਤੇ ਫੱਟੜ ਹੋ ਗਿਆ ਜੀ। ਫੱਟੜ ਹੋਣ ਤੋਂ ਬਾਅਦ ਬਕਾਇਦਾ ਤੌਰ ਤੇ ਇਹਨੂੰ 15 ਤਰੀਕ ਨੂੰ ਜਿਹੜਾ ਸੀ ਜਮ੍ਹਾਂ ਕਰਾਇਆ ਗਿਆ ਹਸਪੀਟਲ ਦੇ ਵਿੱਚ। ਹਸਪੀਟਲ ਡਾਕਟਰ ਨੇ ਇਲਾਜ ਦਾ ਬਰਾਬਰ ਕੀਤਾ, ਲੇਕਿਨ ਇਹ ਲੜਕਾ ਠੀਕ ਨਹੀਂ ਹੋਇਆ ਜੀ। ਜਦੋਂ ਇਹ ਲੜਕਾ ਠੀਕ ਨਹੀਂ ਹੋਇਆ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਫਿਰ ਇਹਦਾ ਇਲਾਜ ਕਰਦੇ ਰਹੇ ਤੇ ਉਹਦੇ ਜਿਹੜਾ ਦਿਮਾਗ ਸੀ ਸੁੰਨ ਹੋ ਗਿਆ ਜੀ। ਸੁੰਨ ਹੋਣ ਤੋਂ ਬਾਅਦ ਫਿਰ ਡਾਕਟਰਾਂ ਨੇ ਕਿਹਾ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਹ ਬੱਚਾ ਬਚੇਗਾ, ਤੁਹਾਡਾ ਬੰਦਾ ਬਚਣਾ ਤੇ ਹੈ ਨਹੀਂਗਾ, ਤੇ ਤੁਸੀਂ ਨਹੀਂ ਜਿਹੜਾ ਕੁਝ ਕਰ ਰਹੇ ਤੇ ਕਰ ਦਿਓ, ਉਹਦਾ ਇਹਦੀ ਕੋਈ ਭਲਾਈ ਕਰਨੀ ਤੇ ਕਰਦੇ ਦਿਓ। ਉਹ ਫਿਰ ਉਹਦੀ ਪਤਨੀ ਦੇ ਤੇ ਉਹਦੇ ਪਰਿਵਾਰ ਵਾਲੇ ਨੇ ਸੋਚਿਆ ਵੀ ਠੀਕ ਹੈ, ਜੇ ਇਹਦੇ ਬਚਣਾ ਹੀ ਨਹੀਂਗਾ ਤੇ ਚੰਗੀ ਗੱਲ ਹੈ ਵੀ ਜੇ ਕੋਈ ਆਂਗੇ ਦਾ ਕੰਮ ਆ ਸਕਦਾ ਤੇ ਉਹ ਅਸੀਂ ਦਾਨ ਕਰ ਦਈਏ ਜੀ। ਉਹਨਾਂ ਨੇ ਫਿਰ ਬਕਾਇਦਾ ਤੌਰ ਤੇ ਦਾ ਹਾਰਟ, ਲਿਵਰ ਤੇ 2 ਕਿਡਨੀ ਜੀ ਉਹ ਡੋਨੇਟ ਕਰ ਦਿੱਤੀਆਂ ਜੀ। ਉਹ ਅਲੱਗ-ਅਲੱਗ ਮਰੀਜ਼ਾਂ ਨੂੰ ਲਗਾ ਦਿੱਤੀਆਂ ਗਈਆਂ ਨੇ ਉੱਥੇ। ਵਾਹ ਜੀ ਵਾਹ। ਹੁਣ ਇਹ 15 ਫਰਵਰੀ ਨੂੰ ਇਹਦਾ ਜੋ ਗਿਆ ਸੀ, ਉਦੋਂ ਇਹ ਬਕਾਇਦਾ ਤੌਰ ਤੇ ਇਹਦਾ ਐਕਸੀਡੈਂਟ ਹੋਇਆ ਸੀਗਾ ਤੇ ਹੁਣ ਇਹ ਜਿਹੜਾ ਇਸ ਦੁਨੀਆ ਤੇ ਨਹੀਂ ਰਿਹਾ, ਲੇਕਿਨ ਜਾਂਦਾ ਜਾਂਦਾ ਸੀ 4 ਦੁਨੀਆ ਨੂੰ ਇਹ ਰੋਸ਼ਨ ਕਰ ਗਿਆ। ਤੇ ਹਸਪੀਟਲ ਜਦੋਂ ਇਹਦੀ ਲਾਸ਼ ਜਾਣ ਲੱਗੀ ਉੱਥੋਂ ਤੇ ਬਕਾਇਦਾ ਤੌਰ ਤੇ ਹਸਪੀਟਲ ਦੇ ਜਿਹੜੇ ਗਾਰਡ ਸੀ ਉਹਨਾਂ ਨੇ ਗਾਰਡ ਆਫ ਆਨਰ ਦਿੱਤੀ ਵੀ ਭਾਈ ਤੂੰ ਮਰ ਕੇ ਵੀ ਜਿੰਦਾ ਹੈ, 4 ਵਿਅਕਤੀਆਂ ਤੇਰੇ ਲੱਗੀ, ਤੂੰ ਇੱਕ ਨਹੀਂ 4 ਵਿਅਕਤੀਆਂ ਦੇ ਰੂਪ ਜਿੰਦਾ ਰਹੇਗਾ ਜੀ। ਭੱਟੀ ਸਾਹਿਬ, ਹਰਿਆਣਾ ਸਰਕਾਰ ਦਾ ਕਹਿਣਾ ਕਿ ਸੱਚਾ ਸੌਦਾ ਵਾਲੇ ਬਾਬੇ ਨੂੰ ਗੰਭੀਰ ਸ਼੍ਰੇਣੀ 'ਚ ਨਹੀਂ ਰੱਖਿਆ ਜਾ ਸਕਦਾ, Z+ ਸੁਰੱਖਿਆ ਉਹਨਾਂ ਨੂੰ ਦੇਤੀ ਹੈ, ਇਹ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ, ਆਪਾਂ ਜੋ ਕੋਰਟ ਨੂੰ ਦੱਸਿਆ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਜਿਹੜੀ ਸੱਚੇ ਸੌਦੇ ਵਾਲੇ ਬਾਬੇ ਦੀ ਆਪਾਂ ਗੱਲ ਕਰਦੇ ਹਾਂ ਜੀ, ਸੱਚੇ ਸੌਦੇ ਬਾਬੇ ਵਾਲੇ ਨੂੰ 7 ਫਰਵਰੀ ਨੂੰ ਬਕਾਇਦਾ ਤੌਰ ਤੇ 21 ਦਿਨ ਦੀ ਜਿਹੜੀ ਫਰਲੋ ਮਿਲੀ ਸੀ ਜੀ। ਜਿਹੜਾ ਫਰਲੋ ਸ਼ਬਦ ਹੈ ਇਹ ਹਾਲੈਂਡ ਦੀ ਡੱਚ ਭਾਸ਼ਾ ਦਾ ਸ਼ਬਦ ਹੈ ਜੀ। ਉਹ ਫਰਲੋ ਮਿਲੀ, ਉਹ 21 ਦਿਨ ਦੀ ਫਰਲੋ ਆ ਗਿਆ, 27 ਨੂੰ ਫਰਲੋ ਖਤਮ ਹੋ ਜਾਣੀ ਹੈ, 28 ਨੂੰ ਬਕਾਇਦਾ ਤੌਰ ਤੇ ਬਾਬਾ ਜੀ ਨੇ ਵਾਪਸ ਉਹਦੇ ਸੁਨਾਰੀ ਜੇਲ੍ਹ ਚਲਾ ਜਾਂਦਾ ਜੀ। ਹੁਣ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਪਈ ਸੀ ਵੀ ਤੁਸੀਂ ਇਹਨੂੰ ਗਲਤ ਫਰਲੋ ਦਿੱਤੀ ਹੈ ਤੇ ਉਹਦੇ ਉੱਤੇ ਬਕਾਇਦਾ ਤੌਰ ਤੇ ਹਾਈ ਕੋਰਟ ਸੁਣਵਾਈ ਹੋਈ ਤੇ ਐਡੀਸ਼ਨਲ ਐਡਵੋਕੇਟ ਜਨਰਲ ਜੀ ਵਿਵੇਕ ਸੈਣੀ ਨੇ ਜਿਹੜੇ ਸਾਰਾ ਰਿਕਾਰਡ ਪੇਸ਼ ਕੀਤਾ। ਉਹਨੇ ਕਿਹਾ ਜੀ ਇਹ ਕਿਸੇ ਵੀ ਜੁਰਮ ਦੇ ਵਿੱਚ ਸਿੱਧੇ ਰੂਪ ਸ਼ਾਮਲ ਨਹੀਂ ਜੀ, ਕਿਸੇ ਵੀ ਰੂਪ ਵਿੱਚ, ਇਸ ਕਰਕੇ ਇਹਨੂੰ ਗੰਭੀਰ ਕੈਦੀ ਨਹੀਂ ਕਹਿ ਸਕਦੇ ਅਸੀਂ। ਤੇ ਇਹਦੀ ਜਿਹੜੀ ਅਸੀਂ ਜਿਹੜੀ ਦਿੱਤੀ ਹੈ ਫਰਲੋ ਦੀ ਬਿਲਕੁਲ ਨਿਯਮਾਂ ਦੇ ਅਨੁਸਾਰ ਦਿੱਤੀ ਹੈ ਕਿ ਨਿਯਮਾਂ ਦੇ ਵਿੱਚ ਅਸੀਂ ਕੁਛ ਨਹੀਂ ਕੀਤਾ ਜੀ। ਲੇਕਿਨ ਹਾਈ ਕੋਰਟ ਨੇ ਸਾਰਾ ਸਮਾਨ ਰੱਖ ਲਿਆ, ਇੰਨੀ ਗੱਲ ਕਹਿ ਦਿੱਤੀ ਹੈ ਵੀ ਅਗਲੀ ਸੁਣਵਾਈ ਜਿਹੜੀ ਆ ਉਹ 23 ਫਰਵਰੀ ਨੂੰ ਹੋਏਗੀ, ਮਤਲਬ ਕੱਲ ਨੂੰ ਸੁਣਵਾਈ ਹੋਏਗੀ। ਕੱਲ ਨੂੰ ਉਹ ਕੀ ਡਿਸੀਜਨ ਲੈਂਦੇ ਆ ਉਹ ਤੇ ਪਤਾ ਨਹੀਂ, ਲੇਕਿਨ 27 ਨੂੰ ਬਾਬੇ ਦੀ ਵਾਪਸੀ ਹੈਗੀ ਆ ਜੇਲ੍ਹ ਦੇ ਵਿੱਚ ਫਿਰ ਦੁਬਾਰਾ। ਅੰਸ਼ੁਲ ਛਤਰਪਤੀ ਦਾ ਜਿਹੜਾ ਦਾ ਬੇਟਾ ਵਾ, ਛਤਰਪਤੀ ਪੱਤਰਕਾਰ ਜਿਹੜਾ ਮਾਰਿਆ ਗਿਆ, ਜਿਹਦੇ ਵਿੱਚ 20 ਸਾਲ ਦੀ ਸਜ਼ਾ ਹੋਈ ਹੈ ਜੀ, ਤੇ ਉਹਨੇ ਵਿੱਚ ਤੇ ਕਿਹਾ ਵੀ ਇਹ ਤੇ ਦੋਸ਼ ਲੱਗੇ ਨੇ, ਸੰਗੀਨ ਦੋਸ਼ ਨੇ, ਇਹੋ ਜਿਹੇ ਕੇਸ ਲੱਗੇ ਹੋਣ, ਬਾਕੀ ਕੇਸ ਦੇ ਬਕਾਇਦਾ ਤੌਰ ਤੇ ਦੇ ਵਿਚਾਰਧੀਨ ਹੋਣ ਅਜੇ, ਤੇ ਤੁਸੀਂ ਉਹਨੂੰ ਪਰੋਲ ਦੇ ਰਹੇ ਹੋ ਬੰਦੇ ਨੂੰ, ਕਿੱਥੇ ਲਿਖਿਆ? ਇਹਦੂ ਤੇ ਜਿਹੜੇ ਬੰਦੇ ਹੋ ਬੈਠੇ ਨੇ ਜੇਲ੍ਹਾਂ, ਜਿਹੜੇ ਇੱਕ ਸਜ਼ਾਵਾਂ ਭੁਗਤ ਬੈਠੇ ਨੇ, ਉਹਨਾਂ ਬਾਰੇ ਤੁਸੀਂ ਸੋਚਦੇ ਕੋਈ ਨਹੀਂ, ਇਹਨੂੰ ਤੁਸੀਂ ਪਰੋਲ ਦੇ ਰਹੇ ਹੋ ਜੀ।
ਇਸੇ ਕਰਕੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਵੀ ਬਕਾਇਦਾ ਤੌਰ ਤੇ ਉਹਨੂੰ ਕਾਨੂੰਨ ਦੇ ਤਹਿਤ ਪੈਰੋਲ ਦਿੱਤੀ ਗਈ, ਉਹਦਾ ਹੱਕ ਬਣਦਾ ਸੀਗਾ। 5 ਸਾਲ ਸਜ਼ਾ ਉਹਦੀ ਹੋ ਗਈ ਸੀ, 5 ਸਾਲ ਬਾਅਦ ਮਿਲ ਜਾਂਦੀ, ਪੈਰੋਲ ਮਿਲ ਜਾਂਦੀ, ਮਿਲਦੀ, ਕਾਨੂੰਨੀ ਹੱਕ ਉਹਦਾ ਜੀ। ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨਨਕਾਣਾ ਸਾਹਿਬ ਦਾ 101 ਸਾਕਾ ਮਨਾ ਕੇ ਵਾਪਸ ਪਰਤ ਆਏ ਆ ਜੀ। ਬਿਲਕੁਲ ਜੀ, ਨਨਕਾਣਾ ਸਾਹਿਬ ਦਾ ਸਾਕਾ ਜਿਹੜਾ 21 ਫਰਵਰੀ ਨੂੰ ਵਾਪਰਿਆ ਸੀਗਾ ਜੀ, 101 ਜਿਹੜੀ ਹੈ ਨਾ ਉਹਦੀ ਬਰਸੀ ਮਨਾ ਕੇ ਆ ਰਹੇ ਨੇ ਸਾਕੇ ਦੀ ਜੀ। ਉਹ ਸਾਕੇ ਦੀ ਉਹ ਗਏ ਸੀ, ਪਰਸੋਂ ਦੇ ਚੌਥ ਗਏ ਸੀ, ਅੱਜ ਉਹ ਵਾਪਸ ਆ ਗਏ ਨੇ। ਕੱਲ ਬਰਸੀ ਮਨਾਈ ਗਈ ਤੇ ਮੈਂ ਛੋਟੀ ਜੀ ਇੱਕ ਗੱਲ ਜੋੜਦਾ ਵੀ ਸਾਡੇ ਜਿਹੜੇ ਕੁਰਬਾਨੀ ਕਰਨ ਵਾਲੇ ਕਿ ਸਿਆਣੇ ਬੰਦੇ ਨੇ ਕਿ ਬੱਚੇ ਵੀ ਹੈਗੇ ਜੀ। ਦਰਬਾਰਾ ਸਿੰਘ ਦਾ ਨਾਂ ਦਾ ਇੱਕ ਬੱਚਾ 9 ਸਾਲ ਦੀ ਉਮਰ ਸੀ ਉਹਦੀ, ਉਹ ਆਪਣੇ ਪਿਤਾ ਨਾਲ ਗਿਆ ਤੇ ਜਦੋਂ ਇਹ ਫੈਸਲਾ ਹੋਇਆ ਵੀ ਭਾਈ ਆਪਾਂ ਮੋਰਚਾ ਲਾਉਣਾ ਨਨਕਾਣਾ ਸਾਹਿਬ ਜਿਹੜਾ ਮੱਤ ਤੋਂ ਆਜ਼ਾਦ ਕਰਾਉਣਾ ਤੇ ਆਪਣਾ ਮੋਰਚਾ ਬਿਲਕੁਲ ਸ਼ਾਂਤਮਈ ਹੋ ਜੋ ਮਰਜ਼ੀ ਹੋ ਜਾਏ ਜੀ, ਉਹ ਬੱਚਾ ਆਪਣੇ ਪਿਓ ਨੂੰ ਕਹਿਣ ਲੱਗਾ ਮੈਂ ਵੀ ਸ਼ਹੀਦੀ ਜਿੱਥੇ ਜਨਮ ਜਾਣਾ, ਉਹਦਾ ਨਾਂ ਰੱਖਿਆ ਸ਼ਹੀਦੀ ਜੱਥਾ ਜੀ। ਉਹ ਬਾਪ ਕਹਿੰਦਾ ਨਹੀਂ ਤੂੰ ਨਹੀਂ ਜਾ ਸਕਦਾ। ਉਹ ਜਦੋਂ ਉਹ ਬਾਪ ਆਪਣੇ ਇਕਲੌਤੇ ਪਿੱਤਰ ਨੂੰ ਘਰੋਂ ਤੁਰਨ ਲੱਗਾ ਮਿਲਦਾ ਵਾ ਤੇ ਉਹਦਾ ਬੱਚਾ ਮਿਲਦਾ, ਬੱਚਾ ਉਹਨੂੰ ਗੱਲ ਵੱਖਰੀ ਪਾ ਲੈਂਦਾ, ਕੁੱਟ ਕੇ ਫੜ ਲੈਂਦਾ ਤੇ ਮੈਂ ਤੇਰੇ ਨਾਲ ਹੀ ਜਾਣਾ, ਮੈਂ ਸ਼ਹੀਦੋਂ ਹੀ ਹੋਣਾ, ਮੈਂ ਸ਼ਹੀਦੀ ਜੱਥੇ ਨਾਲ ਜਾਣਾ ਜੀ। ਉਹ ਬਕਾਇਦਾ ਤੌਰ ਤੇ ਬਾਪ ਪਹਿਲਾਂ ਤੋਂ ਬੜਾ ਸਮਝਾਉਂਦਾ, ਦਾਦੀ ਸਮਝਾਉਂਦੀ ਹੈ, ਮਾਂ ਸਮਝਾਉਂਦੀ, ਪਰ ਉਹ ਅੱਖ ਨਹੀਂ ਲੱਗਦਾ। ਹਾਰ ਕੇ ਬਾਪ ਕਹਿੰਦਾ ਚੰਗਾ ਫਿਰ ਤੂੰ ਤਿਆਰ ਹੋ ਜਾਓ, ਦਮਾਦਾ ਤਬਲਾ ਸਜਾ ਕੇ ਪੂਰੇ ਆਪਣੇ ਕੱਪੜੇ ਉੱਪਰ ਤਿਆਰ ਹੋ ਜਾਂਦਾ ਤੇ ਆਪਣੇ ਬਾਪ ਨਾਲ ਜਾਂਦਾ ਜੀ। ਤੜਕੇ 5 ਵਜੇ ਜੱਥਾ ਪੁੱਜਦਾ, ਬਕਾਇਦਾ ਤੌਰ ਤੇ ਉਹ ਆਪਣਾ ਜਿਹੜਾ ਗੇਟ ਸੀ ਐਂਟਰ ਕਰਕੇ ਅੰਦਰੋਂ ਗੇਟ ਭਰ ਲੈਂਦੇ ਤੇ ਭਾਈ ਲਛਮਣ ਸਿੰਘ ਧਾਰਵਾਲੀ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਮਹਾਰਾਜ ਦੀ ਤਾਬਿਆਂ 'ਚ ਬੈਠ ਜਾਂਦੇ ਜੀ, ਪਾਠ ਕਰਦੇ ਨੇ। ਮਹੰਤ ਨੂੰ ਪਤਾ ਸੀਗਾ ਵੀ ਇਹ ਹੁਣ ਇਹ ਕੁਛ ਹੋਣਾ ਵਾ ਤੇ ਮਹੰਤ ਨੇ ਆਪਣੇ ਗੁੰਡੇ ਆਪਣੇ ਜਿਹੜੇ ਸੀ ਬਦਮਾਸ਼ ਸਾਰੇ ਇੱਥੇ ਘੇਰੇ ਘੇਰੇ ਲਾਏ ਸੀ, ਕੋਈ ਬੰਦੂਕਾਂ ਸੀ, ਕੋਈ ਤਲਕੇ ਟੱਪੇ ਸੀ, ਕੋਈ ਛੜੀਆਂ ਸੀ। ਜਦੋਂ ਉਹਨਾਂ ਨੇ ਗੋਲੀ ਚਲਾਈ ਕੁਝ ਬੰਦੇ ਤੇ ਸ਼ਹੀਦ ਹੋ ਗਏ ਤੇ ਕੁਝ ਬੰਦੇ ਜਿਹੜੇ ਸੀ ਉਹ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ ਜਿੱਥੇ ਉਹ ਉੱਥੇ ਅੰਦਰ ਵੜ ਗਏ, ਬੂਹੇ ਬੰਦ ਕਰ ਲਏ। ਉਹਦੇ ਗੁੰਡੇ ਆਏ ਤੇ ਜਿਹੜਾ ਇਹ ਮੁੰਡਾ ਸੀ ਬੱਚਾ 9 ਸਾਲ ਦਾ, ਇੱਕ ਵੱਡੀ ਲਮਾਰੀ ਸੀ ਉੱਥੇ ਜਿਹੜੀ ਬਣੀ ਸੀ ਲੋਹੇ ਲੱਕੜ ਦੀ, ਉਹਦੇ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਉੱਥੇ ਬੰਦ ਕੀਤਾ ਗਿਆ ਤੁਹਾਨੂੰ ਪਤਾ ਉਦੋਂ ਜਾਲੀ ਲੱਗੀ ਹੁੰਦੀ ਸੀ, ਹੋ ਜਾਂਦੀ ਸੀ ਅੰਦਰ ਜੀ। ਉਹ ਬੰਦਾ ਅੰਦਰ ਬੰਦ ਕਰ ਦਿੱਤਾ ਗਿਆ ਤੇ ਜਿਹੜੇ ਉਹਦੇ ਗੁੰਡੇ ਆਏ, ਗੁੰਡਿਆਂ ਨੇ ਅੰਦਰੋਂ ਤੂ ਕੇ ਜਿਹੜੇ ਕੱਢੇ, ਗੋਲੀ ਚਲਾਈ, ਕੁਝ ਗੋਲੀਆਂ ਨਾਲ ਮਾਰਤੇ, ਕੁਝ ਕੰਡਾਸ਼ਾਂ ਦੇ ਬੰਦੇ ਮਾਰਤੇ ਤੇ ਮਹਾਰਾਜ ਦੀ ਵੀ ਬੇਇੱਜ਼ਤੀ ਕੀਤੀ ਗਈ ਜੀ। ਜਦੋਂ ਉਹ ਬਾਹਰ ਆਏ ਤੇ ਉਹ ਬਕਾਇਦਾ ਤੌਰ ਤੇ ਉਹ ਬੱਚਾ ਜਿਹੜਾ ਸੀ ਅੰਦਰੋਂ ਕਹਿੰਦਾ ਵੀ ਆਪਣੇ ਬਾਪੂ ਨੂੰ ਕਹਿੰਦਾ ਬਾਪੂ ਮੈਂ ਵੀ ਤੇਰੇ ਨਾਲ ਹੀ ਸ਼ਹੀਦ ਹੋਣਾ, ਤੂੰ ਕਿੱਥੇ ਚੱਲਿਆ, ਮੈਨੂੰ ਲੱਗੇਗਾ ਨਾਲ ਜੀ। ਉਹ ਵੇਂਦੇ ਤੇ ਅੰਦਰ ਆਵਾਜ਼ ਕਿੱਥੋਂ ਆਉਂਦੀ ਹੈ, ਜੇ ਆਵਾਜ਼ ਦਰਵਾਜ਼ਾ ਖੋਲ੍ਹਦੇ ਤੇ ਉਹ ਬੱਚਾ ਜਿਹੜਾ ਦਾ ਭੁੜਕ ਕੇ ਜਿਹੜਾ ਬੰਦਾ ਕਪੂਰ ਸਿੰਘ ਦਾ ਇੱਕ ਬਦਮਾਸ਼ ਸੀਗਾ ਉਹਦੇ ਗਲ ਪੈ ਜਾਂਦਾ ਜੀ, ਉਹਦੇ ਗਲ ਨੂੰ ਕੁੱਟ ਕੇ ਫੜ ਲੈਂਦਾ। ਉਹ ਬੜੀ ਮੁਸ਼ਕਲ ਨਾਲ ਲਾਉਂਦੇ, ਉਹ ਕਹਿੰਦਾ ਨਾ ਮੈਂ ਸ਼ਹੀਦ ਹੋਣ ਨਾਲ ਤੇਰੇ ਸ਼ਹੀਦ ਹੋਣਾ ਜੀ। ਉਹਨੂੰ ਨਹੀਂ ਪਤਾ ਵੀ ਇਹ ਸ਼ਹੀਦ ਵਾਲੇ ਨੂੰ ਦੂਜੇ ਪਾਸੇ ਹੈ। ਉਹ ਦੋ ਬੰਦੇ ਨੂੰ ਤੋੜ ਕੇ ਲਾਉਂਦੇ, ਜਦੋਂ ਸੁੱਟਦੇ ਉਹਨੂੰ ਤੇ ਜਿਹੜੇ ਆਵੇ ਦੇ ਵਿੱਚ ਬਕਾਇਦਾ ਤੌਰ ਤੇ ਉਹਦੇ ਪਿਓ ਦੀ ਲਾਸ਼ ਸੜ ਰਹੀ ਸੀ ਉੱਥੇ ਸਿੱਧਾ ਡਿੱਗਦਾ ਜਾ ਕੇ ਤੇ ਜਿਉਂਦਾ ਜੀ ਤੇ ਸ਼ਹੀਦ ਹੋ ਜਾਂਦਾ। 9 ਸਾਲ ਦਾ ਬੱਚਾ ਸੀ ਜੀ। ਸਾਡੇ ਸ਼ਹੀਦਾਂ ਦੀ ਏਡੀ ਵੱਡੀ ਇੱਜ਼ਤ ਆ, ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ, ਉਹਨਾਂ ਸ਼ਹੀਦਾਂ ਨੂੰ ਜਿਹੜੀ ਸੀ ਨਮਸਕਾਰ ਕਰਕੇ, ਬਾਬੇ ਦੇ ਦਰਬਾਰ 'ਚ ਨਮਸਕਾਰ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋ ਰਹੀ ਹੈ ਉਹ ਅੱਜ ਵਾਪਸ ਲੌਟੇ ਨੇ ਤੇ ਉਹਨਾਂ ਦਾ ਜਿਹੜਾ ਉਹਨਾਂ ਦਾ ਪੀਏ ਜਸਪਾਲ ਸਿੰਘ ਸੀ, ਇੱਕ ਮੈਨੇਜਰ ਰਜਿੰਦਰ ਸਿੰਘ ਰੂਬੀ ਸੀ, ਇੱਕ ਹੋਰ ਵਿਅਕਤੀ ਸੀ, ਇਹਨਾਂ ਬੰਦਿਆਂ ਨੇ ਉਹਨਾਂ ਨੂੰ ਗੁਲਦਸਤਾ ਦੇ ਕੇ ਉਹਨਾਂ ਦਾ ਜੀ ਆਇਆਂ ਕਿਹਾ, ਉਹਨਾਂ ਸਵਾਗਤ ਕੀਤਾ ਜੀ। ਪੱਟੀ ਸਾਹਿਬ, ਅੱਜ ਦੀਆਂ ਵਿਸਤਾਰਤ ਟਿੱਕਾ ਟਿੱਪਣੀਆਂ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ, ਧੰਨਵਾਦ। ਸਰੋਤਿਓ, ਇਹ ਸਨ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਜੀ ਪੱਟੀ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਰਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਹਾਡੇ ਰੂਬਰੂ ਕਰਾਂਗੇ ਪ੍ਰੋਗਰਾਮ ਸ਼ਮਾਦਾਨ 'ਚ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਾ ਦੇ ਨਾਲ।